ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਸਾਰਿਆਂ ਦਾ ਆਨਲਾਈਨ ਕਲਾਸ ਵਿੱਚ ਸਵਾਗਤ ਹੈ ਜੀ। ਜੀ ਆਇਆਂ ਆਖਿਆ ਜਾਂਦਾ ਆਪ ਸਾਰਿਆਂ ਨੂੰ। ਜਿਵੇਂ ਕਿ ਅਸੀਂ ਪਿਛਲੇ ਦਿਨਾਂ ਵਿੱਚ ਸਾਰੇ ਵੀਰ ਭੈਣਾਂ ਨੇ ਮਿਲ ਕੇ ਲਾਈਵ ਜਿਹੜੀ ਵਿਚਾਰ ਕੀਤੀ ਸੀ ਆਸਾ ਕੀ ਵਾਰ ਦੀ, ਤਾਂ ਆਸਾ ਕੀ ਵਾਰ ਦੀ ਵਿਚਾਰ ਜਿਹੜੀ ਸਾਡੀ ਸ਼ਨੀਵਾਰ ਖਤਮ ਹੋ ਗਈ ਸੀ। ਤਾਂ ਅੱਜ ਤੋਂ ਲੈ ਕੇ ਅਸੀਂ ਸਾਰੇ ਵੀਰ ਭੈਣਾਂ ਜਪਜੀ ਸਾਹਿਬ ਜੀ ਦੀ ਵਿਚਾਰ ਆਰੰਭ ਕਰਾਂਗੇ। ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਔਰ ਸਿੱਖ ਦੇ ਨਿਤਨੇਮ ਦੇ ਵਿੱਚ ਸਵੇਰ ਦੇ ਵਕਤ ਦੇ ਵਿੱਚ ਸ਼ਾਮਲ ਹੈ। ਜਪਜੀ ਸਾਹਿਬ ਜੀ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਇੱਕ ਨਵੇਕਲੀ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਇੱਕ ਕ੍ਰਾਂਤੀਕਾਰੀ ਰਹਿਬਰੀ ਪੁਰਸ਼ ਨੇ, ਜਿਨ੍ਹਾਂ ਨੇ ਪਿਛਲੀਆਂ ਸਾਰੀਆਂ ਵਿਚਾਰਧਾਰਾਵਾਂ ਨੂੰ, ਜਿਨ੍ਹਾਂ ਵਿੱਚ ਬਹੁਤ ਸਾਰੀਆਂ ਕਮੀਆਂ ਔਰ ਦੋਸ਼ ਸਨ, ਉਹਨਾਂ ਨੂੰ ਰੱਦ ਕਰਕੇ ਇੱਕ ਨਵੀਂ ਵਿਚਾਰਧਾਰਾ ਪੇਸ਼ ਕੀਤੀ ਜੋ ਵਿਸ਼ਵ ਸ਼ਾਂਤੀ ਲਿਆ ਸਕਦੀ ਹੈ, ਰਾਜਨੀਤਿਕ ਤੌਰ ਤੇ, ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ ਔਰ ਧਾਰਮਿਕ ਤੌਰ ਤੇ। ਇਸ ਲਈ ਜਿਹੜਾ ਹੈ ਅਸੀਂ ਇਸ ਚੀਜ਼ ਨੂੰ ਵਿਚਾਰਨਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਰਾਹੀਂ ਸਾਨੂੰ ਕੀ ਵਿਚਾਰ ਦਿੱਤੇ ਨੇ। ਅਸਲ ਸਮੱਸਿਆ ਜੋ ਮਨੁੱਖ ਦੀ ਹੈ ਪੂਰੀ ਦੁਨੀਆ ਦੇ ਅੰਦਰ, ਉਹ ਸਮੱਸਿਆ ਹੈ ਕੂੜ ਦੀ, ਝੂਠ ਦੀ। ਕੂੜ ਕਰਕੇ ਮਨੁੱਖ ਨਹੀਂ ਰਹਿ ਜਾਂਦਾ, ਇਹ ਬੇਤਾਲਾ ਬਣ ਜਾਂਦਾ ਹੈ। ਔਰ ਜਦੋਂ ਕੂੜ ਪ੍ਰਧਾਨ ਹੋ ਜਾਏ, ਸ਼ਰਮ ਔਰ ਧਰਮ ਦੋਵੇਂ ਹੀ ਛਾਪ ਖਲੋਂਦੇ ਨੇ ਔਰ ਸ਼ਰਮ ਔਰ ਧਰਮ ਮਨੁੱਖੀ ਜ਼ਿੰਦਗੀ ਚੋਂ ਖਤਮ ਹੋ ਜਾਂਦੇ। ਇਸ ਲਈ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਪਰਿਵਾਰਕ, ਵਿਵਹਾਰਿਕ, ਮਾਨਸਿਕ, ਬੌਧਿਕ, ਆਤਮਕ ਆਦਿਕ ਕੇਵਲ ਸਚਿਆਰ ਬਣਨ ਕਰਕੇ ਖਤਮ ਹੋ ਸਕਦੀਆਂ ਨੇ। ਇਸ ਲਈ ਗੁਰਦੇਵ ਪਾਤਸ਼ਾਹ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਔਰ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅੰਦਰ ਗੁਰਦੇਵ ਨੇ ਇੱਕ ਸਵਾਲ ਕੀਤਾ ਹੈ, ਕਿਉ ਸਚਿਆਰਾ ਹੋਈ ਹੈ, ਕਿਉ ਕੂੜੈ ਟੁੱਟੈ ਪਾਲ। ਜੋ ਮਨੁੱਖ ਦੀ ਸਮੱਸਿਆ ਹੈ ਉਹ ਸਚਿਆਰ ਨਾ ਹੋਣ ਕਰਕੇ ਪੈਦਾ ਹੋਈਆਂ ਨੇ। ਜੇ ਮਨੁੱਖ ਸਚਿਆਰ ਹੋ ਜਾਏ ਤਾਂ ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ। ਇਹ ਗੱਲ ਯਾਦ ਰੱਖਣਾ ਕਿ ਸੱਚੇ ਔਰ ਸਚਿਆਰ ਦੇ ਵਿੱਚ ਫਰਕ ਹੈ। ਸੱਚਾ ਕੋਈ ਵੀ ਹੋ ਸਕਦਾ ਹੈ, ਲੇਕਿਨ ਸਚਿਆਰ ਹਰ ਕੋਈ ਨਹੀਂ ਹੁੰਦਾ। ਸੱਚਾ ਤਾਂ ਗੰਗੂ ਵੀ ਹੈ, ਜੋ ਕਚਹਿਰੀ ਵਿੱਚ ਜਾ ਕੇ ਸ਼ਿਕਾਇਤ ਕਰਦਾ ਹੈ ਸਮੇਂ ਦੀ ਸਰਕਾਰ ਦੇ ਕੋਲ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਜੀ ਮੇਰੇ ਘਰ ਵਿੱਚ ਨੇ, ਪਰ ਉਹ ਸਚਿਆਰ ਨਹੀਂ ਹੈ। ਰੀਜਨ ਕਿ ਉਹਦੀ ਭਾਵਨਾ ਸੱਚੀ ਨਹੀਂ ਹੈ, ਉਹਦਾ ਇਰਾਦਾ ਸੱਚਾ ਨਹੀਂ ਹੈ, ਉਹਦੇ ਸੱਚ ਦੇ ਬੈਕਗਰਾਉਂਡ ਦੇ ਅੰਦਰ ਸੱਚ ਨਹੀਂ। ਉਹਦੀ ਭਾਵਨਾ ਇਹ ਹੈ ਕਿ ਇਹਨਾਂ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਆਪਣੇ ਪਰਿਵਾਰ ਵਾਸਤੇ ਸੁੱਖ ਔਰ ਸ਼ਾਂਤੀ ਬਹਾਲ ਕਰਾਂ, ਆਪਣੇ ਬੱਚਿਆਂ ਲਈ ਇਨਾਮ ਲਵਾਂ। ਇਸ ਲਈ ਗੰਗੂ ਸਚਿਆਰ ਨਹੀਂ ਹੈ। ਦੂਜੇ ਪਾਸੇ ਅਸੀਂ ਦੇਖਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਉੱਚ ਦਾ ਪੀਰ ਬਣ ਕੇ ਜਾ ਰਹੇ ਨੇ, ਔਰ ਗਨੀ ਖਾਂ, ਨਬੀ ਖਾਂ, ਜਦੋਂ ਉਹਨਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਕੌਣ ਹੈ, ਤਾਂ ਉਹ ਕਹਿੰਦੇ ਨੇ ਇਹ ਉੱਚ ਦਾ ਪੀਰ ਹੈ, ਗੁਰੂ ਗੋਬਿੰਦ ਸਿੰਘ ਨਹੀਂ ਹੈ। ਤਾਂ ਅਸਲ ਦੇ ਅੰਦਰ ਦੇਖੋ, ਇੱਥੇ ਆਮ ਦੁਨਿਆਵੀ ਨਜ਼ਰ ਦੇ ਨਾਲ ਅਸੀਂ ਵੇਖਾਂਗੇ ਤਾਂ ਉਹ ਸਾਨੂੰ ਝੂਠ ਬੋਲਦੇ ਪ੍ਰਤੀਤ ਹੋਣਗੇ, ਪਰ ਉਹਨਾਂ ਦੇ ਪਿੱਛੇ ਭਾਵਨਾ ਕੀ ਹੈ? ਉਹਨਾਂ ਦੀ ਭਾਵਨਾ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਸਰੀਰ ਕਰਕੇ ਬਚਦੇ ਨੇ ਤਾਂ ਇਸ ਦੁਨੀਆ ਦੇ ਉੱਤੇ ਧਰਮ ਬਚੇਗਾ, ਤਾਂ ਇਸ ਦੁਨੀਆ ਦੇ ਉੱਤੇ ਕੋਈ ਮਨੁੱਖੀ ਹੱਕਾਂ ਦੀ ਗੱਲ ਕਰੇਗਾ। ਇਸ ਲਈ ਉਹਨਾਂ ਦੀ ਭਾਵਨਾ ਮਹਾਨ ਹੈ। ਤਾਂ ਜੋ ਮਨ ਕਰਕੇ, ਭਾਵਨਾਵਾਂ ਕਰਕੇ, ਕਰਮਾਂ ਕਰਕੇ ਸੱਚ ਦਾ ਧਾਰਨੀ ਹੈ, ਉਸ ਨੂੰ ਸਚਿਆਰ ਕਹਿੰਦੇ ਨੇ। ਤਾਂ ਸਾਡੀ ਪ੍ਰੋਬਲਮ ਹੈ ਕਿ ਅਸੀਂ ਸਚਿਆਰ ਕਿਵੇਂ ਹੋਣਾ। ਤਾਂ ਜਪਜੀ ਸਾਹਿਬ ਜੀ ਦੇ ਸਾਰੇ ਦੇ ਅੰਦਰ ਜਿਹੜਾ ਹੈ ਸਚਿਆਰ ਵਾਸਤੇ ਸਾਨੂੰ ਪ੍ਰੇਰਨਾ ਕੀਤੀ ਗਈ ਹੈ। ਸਚਿਆਰ ਕਿਵੇਂ ਹੋਣਾ ਹੈ, ਸਾਧਨ ਦੱਸੇ ਗਏ ਨੇ। ਔਰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਾਨੂੰ ਹਰ ਸ਼ਬਦ ਦੇ ਅੰਦਰ ਸਚਿਆਰ ਬਣਨ ਵਾਸਤੇ ਪ੍ਰੇਰਿਆ ਗਿਆ ਹੈ। ਤਾਂ ਆਓ ਅਸੀਂ ਵਿਚਾਰ ਕਰੀਏ ਜਪਜੀ ਸਾਹਿਬ ਜੀ ਦੀ। ਜਪਜੀ ਸਾਹਿਬ ਜੀ ਦੇ ਆਦਿ ਦੇ ਅੰਦਰ ਮੰਗਲਾਚਰਨ ਹੈ, ਜਿਸ ਨੂੰ
सिख धर्म के अंदर मूल मंत्र क्या जाता है। मंत्र का मतलब हुंदा है उपदेश, ते मूल का मतलब मूल, जो मूल उपदेश है, मूल सिद्धांत है, जो सर्व साझा है, सर्वदेशी है और सर्वकाली है। एक गल याद रखना कि गुरु ग्रंथ साहिब जी की पावन बाणी सर्वदेशी है, सर्व सांझी है और सर्वकाली है। सर्व सांझी का मतलब कि पूरी मनुखता वास्ते है, ये कल्ले सिखा वास्ते नहीं है, ये पूरी मनुखता वास्ते है। सर्वदेशी का मतलब कि जो गुरमत के अंदर, गुरबाणी अंदर सिद्धांत दृढ़ कराए ने, ये पूरी दुनिया के अंदर हर थां ते लागू हो सकते हैं, किसी भी देश विच लागू हो सकते हैं। जे कल नूं मंगल ग्रह ते कलोनियां वसतियां ने, किसी होर ग्रह ते बंदा जांदा है तां उत्थे भी ये लागू हो सकते हैं। ते सर्वकाली का मतलब है हर वक्त, बीत गए समय विच भी, हुण भी, आने वाले समय के अंदर भी ये सिद्धांत लागू ने। और सिद्धांत क्या ही उसनूं जांदा है जो सर्व सांझा, सर्वदेशी और सर्वकाली हो। तस जदों भी कोई पुरुष धर्म ग्रंथ लिखता है तो ਉਹਦੇ अंदर वो मंगलाचरण लिखता है, कि उस मंगलाचरण के अंदर वो अपने इष्ट देव के अगे प्रार्थना करता है, उस इष्ट देव का रूप और स्वरूप अते करतब बयान करता है। धन साहिब श्री गुरु नानक पातशाह जी ने भी जपजी साहिब जी के आदि विच मंगलाचरण लिखिया है, मूल मंत्र लिखिया है, जिसनों असीं मूल मंत्र कहंदे हां। एक ओंकार सतनाम करता पुरख निरभउ निर्वैर अकाल मूरत अजूनी सैभं गुर प्रसाद, इथों तक मूल मंत्र है। ध्यान रखना है, इथों तक मूल मंत्र है, एक ओंकार तो लैके गुर प्रसाद तक। कई लोग नानक होसी पी सच तक मानते हैं, पर वो ठीक नहीं है, क्योंकि आप देख रहे हो, अपने गुटकियां विच देख सकते हो या फोन दे उत्ते देख सकते हो, गुरु ग्रंथ साहिब जी विच वेख सकते हो कि गुर प्रसाद तो बाद अंदर दो डंडियां लगाईयां गईयां ने, फुल स्टॉप, पूर्ण विराम। ਇਹਦਾ मतलब इत्थे एक चीज पूरी हो गई है। ਅੱਗੇ ਥੱਲੇ ਜਪ ਲਿਖਿਆ ਹੈ ਤੇ ਜਪ ਦੇ ਖੱਬੇ ਪਾਸੇ ਵੀ ਔਰ ਸੱਜੇ ਪਾਸੇ ਵੀ ਦੋ ਦੋ ਡੰਡੀਆਂ ਨੇ। ਕਈ ਲੋਕਾਂ ਨੇ ਇਹ ਗੁਸਤਾਖੀ ਕੀਤੀ ਹੈ ਖੱਬੇ ਪਾਸੇ ਦੀਆਂ ਡੰਡੀਆਂ ਹਟਾਉਣ ਦੀ, ਜੋ ਕਿ ਨਹੀਂ ਕਰਨੀ ਚਾਹੀਦੀ, ਇਹ ਬਹੁਤ ਵੱਡੀ ਭੁੱਲ ਹੈ। ਤਾਂ ਜਪ ਬਾਣੀ ਦਾ ਨਾਮ ਹੈ। ਉਸ ਤੋਂ ਅੱਗੇ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਅੱਗੇ ਉੱਥੇ ਦੋ ਡੰਡੀਆਂ ਪਾਈਆਂ ਗਈਆਂ ਹਨ, ਔਰ ਦੋ ਡੰਡੀਆਂ ਤੋਂ ਬਾਅਦ ਫਿਰ ਇੱਕ ਲਿਖਿਆ ਹੈ ਔਰ ਫਿਰ ਦੋ ਡੰਡੀਆਂ ਪਾਈਆਂ ਨੇ। ਇਹਦਾ ਮਤਲਬ ਇੱਥੇ ਇੱਕ ਸ਼ਲੋਕ ਪੂਰਾ ਹੋ ਗਿਆ ਹੈ, ਇੱਥੇ ਇੱਕ ਸ਼ਲੋਕ ਪੂਰਾ ਹੋਇਆ ਹੈ। ਇਹ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ, ਇਹ ਸ਼ਲੋਕ ਹੈ। ਇੱਕ ਸ਼ਲੋਕ ਸੁਖਮਨੀ ਸਾਹਿਬ ਜੀ ਦੇ ਵਿੱਚ ਹੈ, ਆਦ ਸੱਚ, ਜੁਗਾਦ ਸੱਚ, ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ। ਉੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਹੈ। ਉਹ ਸ਼ਲੋਕ ਧੰਨ ਗੁਰੂ ਅਰਜਨ ਦੇਵ ਜੀ ਦਾ ਉਚਾਰਨ ਕੀਤਾ ਹੋਇਆ ਹੈ। ਇਹ ਸ਼ਲੋਕ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। मूल मंत्र अंदर एक ओंकार तो लैके गुरप्रसाद तक मूल मंत्र है। मैं फिर दोहरा दिया, ਇਹਦੇ अंदर रब का स्वरूप बयान किया है, रब की है, और उसके गुण बयान किए ने। नाल उस प्रभु की प्राप्ति किवें हुंदी है, ਉਹਦੇ अंदर असीं किवें लीन हो सकते हाँ, वो साधन दसे ने। याद रखना, किसी भी गोल ते पहुंचण वास्ते 5 चीज़ां बहुत जरूरी हुंदियां ने। पहली चीज ये हुंदी है कि साडा गोल की है। गोल ते पहुंचण लई दूजी चीज है कि ਉਹਦੇ वास्ते साधन की ने। जे गोल होवे और साधन ना होण तां बंदा पहुंच नहीं पाएगा। तीजी चीज है कि वो साधन कित्थों मिलणगे। जे ये पता ना होए तां बंदा गोल ते नहीं पहुंचेगा।
ਤੇ ਚੌਥੀ ਚੀਜ਼ ਹੈ ਕਿ ਉਹ ਸਾਧਨ ਸਾਨੂੰ ਕਿਵੇਂ ਮਿਲਣਗੇ। ਜੇ ਇਹ ਨਹੀਂ ਪਤਾ ਤਾਂ ਵੀ ਨਹੀਂ ਪਹੁੰਚ ਪਾਓਗੇ। ਤੇ ਪੰਜਵੀਂ ਚੀਜ਼ ਹੈ ਕਿ ਅਸੀਂ ਕਿੰਨੇ ਸਮੇਂ ਦੇ ਅੰਦਰ ਆਪਣੇ ਗੋਲ ਤੇ ਪਹੁੰਚ ਜਾਵਾਂਗੇ। ਜੇ ਤੁਸੀਂ ਆਪਣਾ ਗੋਲ ਵੀ ਫਿਕਸ ਕਰ ਲਓ, ਉਹਦੇ ਵਾਸਤੇ ਸਾਧਨ ਵੀ ਨਿਸ਼ਚਿਤ ਕਰ ਲਓ, ਸਾਧਨ ਕਿੱਥੋਂ ਮਿਲਣਗੇ ਦਾ ਪਤਾ ਕਰ ਲਓ, ਸਾਧਨ ਕਿਵੇਂ ਮਿਲਣਗੇ, ਇਹ ਸਾਰੇ ਤੁਹਾਡੇ ਕੋਲ ਚੀਜ਼ਾਂ ਆ ਜਾਣ, ਪਰ ਜੇ ਤੁਸੀਂ ਟਾਈਮ ਫਿਕਸ ਨਹੀਂ ਕਰਦੇ ਕਿ ਅਸੀਂ ਕਿੰਨੇ ਸਮੇਂ ਵਿੱਚ ਪਹੁੰਚਣਾ ਹੈ, ਤਾਂ ਇਹ ਸਾਰੀਆਂ ਚੀਜ਼ਾਂ ਹੁੰਦਿਆਂ ਹੋਇਆਂ ਵੀ ਤੁਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਪਾਓਗੇ। ਇਸੇ ਤਰ੍ਹਾਂ ਹੁਣ ਲੋਕ ਕਹਿੰਦੇ ਨੇ ਸਾਨੂੰ ਰੱਬ ਨਹੀਂ ਮਿਲਦਾ, ਅਸੀਂ ਰੱਬ ਵਿੱਚ ਅਭੇਦ ਨਹੀਂ ਹੋ ਸਕਦੇ। ਕਿਉਂ ਨਹੀਂ ਹੋ ਸਕਦੇ? ਕਿਉਂਕਿ ਤੁਸੀਂ ਟਾਈਮ ਫਿਕਸ ਨਹੀਂ ਕੀਤਾ, ਜਾਂ ਮੈਂ ਟਾਈਮ ਫਿਕਸ ਨਹੀਂ ਕੀਤਾ। ਰੱਬ ਕੀ ਹੈ? ਪਹਿਲਾਂ ਮੈਨੂੰ ਇਹ ਜਾਣਨਾ ਪਵੇਗਾ ਕਿ ਰੱਬ ਹੈ ਕੀ, ਜਿਹਨੂੰ ਮੈਂ ਮਿਲਣਾ ਚਾਹੁੰਦਾ, ਜਿਹਨੂੰ ਵੇਖਣਾ ਚਾਹੁੰਦਾ, ਅਨੁਭਵ ਕਰਨਾ ਚਾਹੁੰਦਾ। ਦੂਜਾ, ਉਹਦੇ ਨਾਲ ਮਿਲਣ ਵਾਸਤੇ ਸੋਰਸਿਸ ਕੀ ਨੇ। ਤੀਜਾ, ਸੋਰਸਿਸ ਕਿੱਥੋਂ ਮਿਲਣਗੇ। ਚੌਥਾ, ਉਹ ਕਿਵੇਂ ਮਿਲਣਗੇ। ਤੇ ਪੰਜਵਾਂ, ਮੈਂ ਕਿੰਨੇ ਸਮੇਂ ਦੇ ਅੰਦਰ ਰੱਬ ਵਿੱਚ ਅਭੇਦ ਹੋ ਜਾਣਾ ਚਾਹੁੰਦਾ। ਅੱਜ, ਕੱਲ, 10 ਦਿਨ ਵਿੱਚ, 10 ਸਾਲ ਬਾਅਦ, ਜਾਂ ਕਦੇ ਵੀ ਨਹੀਂ। ਟਾਈਮ ਤਾਂ ਫਿਕਸ ਕਰਨਾ ਪਵੇਗਾ ਨਾ। ਤਾਂ ਆਓ ਅਸੀਂ ਇਸ ਚੀਜ਼ ਦੀ ਹੁਣ ਵਿਚਾਰ ਕਰਨ ਦਾ ਯਤਨ ਕਰੀਏ। ਗੁਰੂ ਜੀ ਨੇ ਸਾਨੂੰ ਇਹ ਸਾਧਨ ਵੀ ਦੱਸੇ ਨੇ, ਕਿਵੇਂ ਅਸੀਂ ਮਿਲਣਾ ਹੈ ਉਹ ਦੱਸਿਆ ਹੈ, ਰੱਬ ਕੀ ਹੈ ਬਿਆਨ ਕੀਤਾ ਹੈ, ਰੱਬ ਦੇ ਗੁਣ ਦੱਸੇ ਨੇ। ਟਾਈਮ ਫਿਕਸ ਅਸਾਂ ਆਪ ਕਰਨਾ ਹੈ। ਜੇ ਤੁਸੀਂ ਅੱਜ ਮਿਲਣਾ ਚਾਹੁੰਦੇ ਹੋ ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ ਟਾਕਿਮ ਕੁੰਜੜੀਆਂ ਮਨੋ ਮਚਿੰਦੜੀਆਂ। ਬਾਬਾ ਫਰੀਦ ਜੀ ਕਹਿੰਦੇ ਨੇ ਕਿ ਰੱਬ ਦੇ ਨਾਲ ਤੁਹਾਡਾ ਮਿਲਾਪ ਅੱਜ ਹੋ ਸਕਦਾ ਹੈ, ਔਰ ਵਾਸਤਵ ਦੇ ਅੰਦਰ ਜਿਹਦਾ ਮਿਲਾਪ ਹੋਇਆ ਹੈ ਉਹ ਅੱਜ ਹੀ ਹੋਇਆ ਹੈ, ਕੱਲ ਕਦੇ ਨਹੀਂ ਹੋਇਆ। ਜਿਹੜਾ ਕੱਲ ਬੀਤ ਗਿਆ ਉਹਨੇ ਵਾਪਸ ਆਉਣਾ ਨਹੀਂ। ਅੱਜ ਸੋਮਵਾਰ ਹੈ ਤੇ ਮੰਗਲਵਾਰ ਕੱਲ ਨੂੰ ਸਾਡਾ ਮਿਲਾਪ ਕਿਵੇਂ ਹੋਏਗਾ ਕਿ ਕੱਲ ਹਾਲੇ ਕੱਲ ਹੈ, ਉਹ ਆਇਆ ਨਹੀਂ। ਕੱਲ ਮੰਗਲਵਾਰ ਸਾਡੀ ਮੌਤ ਵੀ ਹੋ ਸਕਦੀ ਹੈ। ਸਾਡੇ ਕੋਲ ਅੱਜ ਸੋਮਵਾਰ ਦਾ ਦਿਨ ਹੀ ਹੈ ਮਿਲਣ ਵਾਸਤੇ। ਤੇ ਯਾਦ ਰੱਖਣਾ, ਹੁਣ ਸਾਡੇ ਕੋਲ ਆਪਣਾ 2:30 ਵੱਜ ਗਏ ਨੇ। ਹੋ ਸਕਦਾ ਹੈ 2:35 ਤੇ ਮੇਰੀ ਮੌਤ ਹੀ ਹੋ ਜਾਏ, ਤੇ ਫਿਰ ਮੈਂ ਨਹੀਂ ਨਾ ਮਿਲ ਪਾਵਾਂਗਾ। ਇਸ ਲਈ ਜੇ ਮੈਂ ਮਿਲਣਾ ਚਾਹਨਾ ਤਾਂ ਮੈਨੂੰ ਹੁਣੇ ਹੀ ਮਿਲਣਾ ਪਵੇਗਾ, ਔਰ ਇਹ ਪੋਸੀਬਿਲਿਟੀ ਹੈ ਕਿ ਮੈਂ ਹੁਣੇ ਹੀ ਮਿਲ ਸਕਦਾ। ਸਾਨੂੰ ਸਮਾਂ ਨਿਸ਼ਚਿਤ ਕਰਨਾ ਪਵੇਗਾ। ਤਾਂ ਆਓ ਵਿਚਾਰ ਕਰੀਏ। ਇੱਕ ਆਪਾਂ ਵੇਖਦੇ ਹਾਂ, ਇੱਕ ਓੰਕਾਰ, ਇਸ ਦਾ ਉਚਾਰਨ ਹੈ ਇੱਕ ਓੰਕਾਰ। ਇੱਕ ਦਾ ਮਤਲਬ ਉਹ ਇੱਕ ਹੈ। ਓੰਕਾਰ ਦਾ ਮਤਲਬ ਉਤਪत्ति, ਲੈਤਾ, ਪਾਲਣਾ ਕਰਨ ਵਾਲਾ ਹੈ, ਸੰਚਾਲਨ ਕਰਨ ਵਾਲਾ ਹੈ। ਕਾਰ ਦਾ ਮਤਲਬ ਲਗਾਤਾਰ, ਕੰਟੀਨਿਊ, ਲਗਾਤਾਰ, ਬਿਨਾਂ ਵਿੱਥ ਤੋਂ, ਅਵਿਰਲ। ਤਾਂ ਇੱਕ ਓੰਕਾਰ ਦਾ ਅਰਥ ਜੋ ਹੈ ਉਹ ਹੋਵੇਗਾ ਕਿ ਇੱਕ ਪਰਮ ਵਿਆਪਕ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ, ਇੱਕ ਸਰਬ ਵਿਆਪਕ ਪਰਮ ਸੱਤਿਆ। ਜਿਸ ਤਰ੍ਹਾਂ ਹੀ ਸੰਸਾਰ ਦੀ ਉਤਪत्ति, ਲੈਤਾ, ਪਾਲਣਾ, ਸੰਚਾਲਨ ਹੁੰਦਾ ਹੈ, ਔਰ ਉਹ ਇੱਕ ਹੈ, ਔਰ ਸਰਬ ਵਿਆਪਕ ਹੈ, ਕੰਟੀਨਿਊ ਹੈ, ਯਾਨੀ ਪੂਰਾ ਬ੍ਰਹਿਮੰਡ ਇੱਕ ਹੈ, ਰੱਬ ਇੱਕ ਹੈ। ਉਸ ਰੱਬ ਨੂੰ ਵੰਡਿਆ ਨਹੀਂ ਜਾ ਸਕਦਾ, ਉਹਦੀਆਂ ਵੰਡੀਆਂ ਨਹੀਂ ਪਾਈਆਂ ਜਾ ਸਕਦੀਆਂ। ਨਾ ਜ਼ਮੀਨੀ ਤੌਰ ਤੇ, ਨਾ ਧਰਮਾਂ ਦੇ ਤੌਰ ਤੇ, ਨਾ ਰਾਜਨੀਤੀ ਦੇ ਤੌਰ ਤੇ, ਕਿਸੇ ਵੀ ਤੌਰ ਤੇ ਉਹਨੂੰ ਵੰਡਿਆ ਜਾ ਹੀ ਨਹੀਂ ਸਕਦਾ, ਕਿਉਂਕਿ ਉਹ ਹੈ ਹੀ ਇੱਕ, ਨਿਰਗੁਣ ਆਪ, ਸਰਗੁਣ ਵੀ ਉਹੀ। ਤਾਂ ਜਦੋਂ ਅਸੀਂ ਇਸ ਇੱਕ ਓੰਕਾਰ ਦੀ ਭਾਵਨਾ ਨੂੰ ਸਮਝਾਂਗੇ ਤਾਂ ਸਾਨੂੰ ਪੂਰਾ ਬ੍ਰਹਿਮੰਡ ਉਸ ਰੱਬ ਦਾ ਹੀ ਰੂਪ ਨਜ਼ਰੀ ਪਵੇਗਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ ਕਿ ਉਹ ਜੋ ਇੱਕ ਹੀ ਹੈ, ਅਵਗਤ ਤੋਂ ਨਿਰਮਾਇਲ ਉਪਜੈ, ਨਿਰਗੁਣ ਤੇ ਸਰਗੁਣ ਥੀਆ। ਉਹ ਅਵਿਅਕਤ ਪ੍ਰਭੂ ਆਪਣੇ ਆਪ ਤੋਂ ਆਪ, ਉਹ ਆਪ ਹੀ ਨਿਰਗੁਣ ਤੋਂ ਸਰਗੁਣ ਹੋ ਗਿਆ ਹੈ, ਨਿਰਾਕਾਰ ਤੋਂ ਸਾਕਾਰ ਹੋ ਗਿਆ ਹੈ, ਨਿਰੰਕਾਰ ਤੋਂ ਸੰਸਾਰ ਹੋ ਗਿਆ ਹੈ, ਲਗਾਤਾਰ ਇੱਕ ਹੈ। ਸਤਨਾਮ, ਸਤਨਾਮ ਦਾ ਮਤਲਬ ਉਸ ਦਾ ਨਾਮ ਹੋਂਦ ਵਾਲਾ ਹੈ। ਵੈਸੇ ਰੱਬ ਦੇ ਅਨੇਕਾਂ ਨਾਮ ਨੇ, ਗੋਬਿੰਦ ਹੈ, ਗੋਪਾਲ ਹੈ, ਰਾਮ ਹੈ, ਰਹੀਮ ਹੈ, ਅਨੰਤ ਨਾਮ ਨੇ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ। ਜਿੰਨੇ ਵੀ ਨਾਮ
ਸੰਸਾਰ ਅੰਦਰ ਰੱਬ ਦੇ ਨੇ, ਉਹ ਰੱਬ ਨੇ ਆਪਣੇ ਨਾਮ ਆਪ ਨਹੀਂ ਰੱਖੇ, ਉਹ ਰੱਬ ਨੂੰ ਨਾਮ ਮਨੁੱਖ ਨੇ ਦਿੱਤੇ ਨੇ। ਇਹ ਗੱਲ ਯਾਦ ਰੱਖਣਾ। ਮਨੁੱਖ ਦੀ ਜਦੋਂ ਬੁੱਧੀ ਨੇ ਕੰਮ ਕੀਤਾ, ਇਹਨੇ ਆਪਣੇ ਚਾਰੇ ਚਫੇਰੇ ਹਰੀਆਂ ਹਰੀਆਂ ਚੀਜ਼ਾਂ ਵੇਖੀਆਂ ਤਾਂ ਇਹਨੇ ਉਹਨਾਂ ਦਾ ਨਾਮ ਰੱਖਿਆ। ਇਹ ਕਣਕ ਹੈ, ਝੋਨਾ ਹੈ, ਝਾੜੀਆਂ ਨੇ, ਬੇਰੀਆਂ ਨੇ, ਨਿੰਮ ਹੈ, ਕਿੱਕਰ ਹੈ, ਪਿੱਪਲ ਹੈ, ਬੋੜ ਹੈ, ਤੁਲਸੀ ਹੈ, ਕੁਛ ਕੁਛ। ਇਹਨੇ ਆਪਣੇ ਚਾਰ ਚਫੇਰੇ ਪਸ਼ੂ ਪੰਛੀ ਵੇਖੇ, ਉਹਨਾਂ ਦੇ ਨਾਮ ਰੱਖੇ। ਚਿੜੀਆਂ ਨੇ, ਕਾਂ ਨੇ, ਕਬੂਤਰ ਨੇ, ਮੱਝ ਹੈ, ਗਾਂ ਹੈ, ਆਪਣੀ ਪਹਿਚਾਣ ਵਾਸਤੇ। ਇਹਨੇ ਇਸਤਰੀ ਪੁਰਸ਼ਾਂ ਦੇ ਨਾਮ ਰੱਖੇ, ਨਦੀਆਂ ਨਾਲਿਆਂ ਦੇ ਨਾਮ ਰੱਖੇ, ਪਹਾੜਾਂ ਦੇ ਨਾਮ ਰੱਖੇ। ਆਕਾਸ਼ ਵੱਲ ਵੇਖਿਆ, ਇਹਨੂੰ ਚਮਕਦੀਆਂ ਚੀਜ਼ਾਂ ਨਜ਼ਰੀ ਪਈਆਂ। ਸੂਰਜ ਨੂੰ ਨਾਮ ਇਹਨੇ ਦਿੱਤਾ, ਚੰਦਰਮਾ ਨੂੰ ਨਾਮ ਦਿੱਤਾ, ਗ੍ਰਹਿ ਨਕਸ਼ਤਰ ਤਾਰੇ ਆਕਾਸ਼ ਗੰਗਾਵਾਂ ਨੂੰ ਨਾਮ ਦਿੱਤਾ, ਹਵਾ ਨੂੰ, ਬੱਦਲਾਂ ਨੂੰ ਨਾਮ ਦਿੱਤਾ। ਫਿਰ ਇਹਦੀ ਸੁਰਤ ਨੇ ਕੰਮ ਕੀਤਾ ਕਿ ਇਹ ਸੰਸਾਰ ਨੂੰ ਬਣਾਇਆ ਕਿੰਨੇ ਹੋਣਾ ਹੈ, ਰੱਬ ਕਿੱਥੋਂ? ਤਾਂ ਆਪਣੇ ਆਪ ਤੋਂ। ਤਾਂ ਉਹਨੂੰ ਨਾਮ ਸੈਭੰ, ਗੁਰੂ ਸਾਹਿਬ ਜੀ ਕਹਿੰਦੇ ਨੇ ਸੈਭੰ, ਆਪਣੇ ਆਪ ਤੋਂ। ਫਿਰ ਵੇਖਿਆ ਕਿ ਸੰਸਾਰ ਨੂੰ ਪੈਦਾ ਕਰਨ ਵਾਲਾ ਕੋਈ ਹੋਣਾ ਹੈ, ਨਾਮ ਗੋਬਿੰਦ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਬਿੰਦ ਦਾ ਮਤਲਬ ਪੈਦਾ ਕਰਨ ਵਾਲਾ। ਵੇਖਿਆ ਕਿ ਕੋਈ ਪਾਲਣਾ ਕਰਨ ਵਾਲਾ ਹੈ, ਨਾਮ ਗੋਪਾਲ ਦੇ ਦਿੱਤਾ। ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣਾ ਕਰਨ ਵਾਲਾ। ਕਿਸੇ ਨੇ ਵੇਖਿਆ ਕਿ ਉਹ ਰਮਿਆ ਹੋਇਆ ਹੈ ਤਾਂ ਨਾਮ ਰਾਮ ਦੇ ਦਿੱਤਾ ਕਿ ਰਮਿਆ ਹੋਇਆ ਹੈ। ਇੱਕ ਬੰਦੇ ਦੇ ਦਿੱਤੇ ਨਾਮ ਨੇ। ਕੀਰਤਮ ਨਾਮ, ਗੁਣਵਾਚਕ ਨਾਮ ਨੇ। ਉਹਦੇ ਗੁਣਾਂ ਤੋਂ ਜੋ ਅਸੀਂ ਉਹਨੂੰ ਜਾਣਦੇ ਹਾਂ, ਇਹ ਉਹਦੇ ਨਾਮ ਨੇ, ਤੇ ਉਹਦੇ ਅਨੰਤ ਗੁਣ ਨੇ, ਅਨੰਤ ਨਾਮ ਨੇ, ਇਹ ਉਹਦੇ ਗੁਣ ਨੇ। ਰਾਮ ਜਿਹੜਾ ਹੈ ਰੱਬ ਦਾ ਨਾਮ ਨਹੀਂ, ਰਾਮ ਰੱਬ ਦਾ ਗੁਣ ਹੈ, ਰਮਿਆ ਹੋਇਆ। ਗੋਪਾਲ ਰੱਬ ਦਾ ਨਾਮ ਨਹੀਂ, ਗੋਪਾਲ ਉਹਦਾ ਗੁਣ ਹੈ, ਪਾਲਣਾ ਕਰਨ ਵਾਲਾ, ਜੋ ਹਰ ਇੱਕ ਦੇ ਅੰਦਰ ਮੌਜੂਦ ਹੈ। ਪਰ ਗੁਰੂ ਜੀ ਕਹਿੰਦੇ ਨੇ, ਹੇ ਪ੍ਰਭੂ, ਸਤਨਾਮ ਤੇਰਾ ਪਰਾ ਪੂਰਬਲਾ ਹੈ। ਕੀਰਤਮ ਨਾਮ ਕਥੇ ਤੇਰੇ ਜਿਹਬਾ, ਸਤਨਾਮ ਤੇਰਾ ਪਰਾ ਪੂਰਬਲਾ, ਕਿ ਤੂੰ ਹੋਂਦ ਵਾਲਾ ਹੈ, ਤੂੰ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ, ਕਰਤਾ ਦਾ ਮਤਲਬ ਕ੍ਰੀਏਟਰ ਹੈ, ਰਚਨਹਾਰ ਹੈ। ਉਹ ਰਚ ਰਿਹਾ ਹੈ, ਕੁਛ ਬਣਾ ਰਿਹਾ ਹੈ, ਉਹਦਾ ਗੁਣ ਹੈ ਕਰਤਾ। ਪੁਰਖ, ਪੁਰਖ ਦਾ ਮਤਲਬ ਹੈ ਸਮਾਇਆ ਹੋਇਆ, ਰਮਿਆ ਹੋਇਆ, ਕਣ ਕਣ ਦੇ ਅੰਦਰ ਰਮਿਆ ਹੋਇਆ ਹੈ। ਨਿਰਭਉ, ਨਿਰਭਉ ਦਾ ਅਰਥ ਹੈ ਭੈ ਤੋਂ ਰਹਿਤ, ਉਹਨੂੰ ਕਿਸੇ ਦਾ ਡਰ ਨਹੀਂ, ਡਰ ਤੋਂ ਰਹਿਤ ਹੈ। ਨਾ ਡਰਦਾ ਹੈ, ਨਾ ਡਰਾਂਦਾ ਹੈ, ਭੈ ਹੈ ਹੀ ਨਹੀਂ ਉਹਦੇ ਵਿੱਚ, ਨਾ ਡਰਦਾ ਹੈ, ਨਾ ਡਰਾਂਦਾ। ਨਿਰਵੈਰ, ਰੱਬ ਵੈਰ ਤੋਂ ਰਹਿਤ ਹੈ, ਕਿਸੇ ਨਾਲ ਉਹਦਾ ਕੋਈ ਵੈਰ ਨਹੀਂ। ਕੁਦਰਤ ਦਾ ਕਿਸੇ ਨਾਲ ਕੋਈ ਵੈਰ ਨਹੀਂ, ਰੱਬ ਦਾ ਕਿਸੇ ਨਾਲ ਕੋਈ ਵੈਰ ਨਹੀਂ। ਸਭ ਦੇ ਨਾਲ ਇੱਕ ਜੈਸਾ ਵਿਹਾਰ, ਹਵਾ ਪਾਣੀ ਸਭ ਨੂੰ ਬਰਾਬਰ ਮਿਲ ਰਿਹਾ ਹੈ। ਅਕਾਲ ਮੂਰਤ, ਅਕਾਲ ਦਾ ਮਤਲਬ ਕਾਲ ਰਹਿਤ, ਤੇ ਮੂਰਤ ਦਾ ਮਤਲਬ ਹੁੰਦਾ ਹੈ, ਇੱਥੇ ਮੂਰਤ ਦਾ ਅਰਥ ਹੈ ਹਸਤੀ। ਮੂਰਤ ਪੰਜ ਅਰਥਾਂ ਵਿੱਚ ਗੁਰਬਾਣੀ ਵਿੱਚ ਵੈਸੇ ਆਇਆ ਹੈ। ਗੁਰੂ ਪਾਤਸ਼ਾਹ ਨੇ ਮੂਰਤ ਸ਼ਬਦ ਵਰਤਿਆ ਹੈ, ਨਾਨਕ ਮੂਰਤ ਚਿੱਤਰ ਜਿਉ ਛਾੜਿਤ ਨਾਹਿਨ ਭੀਤ, ਕਿ ਜਿਵੇਂ ਮੂਰਤ ਉੱਥੇ ਕਿਹਾ ਹੈ ਕਾਗਜ਼ ਦੀ ਤਸਵੀਰ ਨੂੰ, ਦੀਵਾਰ ਵਿੱਚ ਤਸਵੀਰ ਉਹਨੂੰ ਛੱਡਦੀ ਨਹੀਂ। ਭਗਤ ਕਬੀਰ ਜੀ ਨੇ ਇਹ ਸ਼ਬਦ ਵਰਤਿਆ ਹੈ, ਪਾਖੰਡ ਗੱਡ ਕੇ ਮੂਰਤ ਕੀਨੀ, ਉੱਥੇ ਮੂਰਤ ਦਾ ਅਰਥ ਹੈ ਪੱਥਰ ਦੀ ਤਸਵੀਰ। ਗੁਰੂ ਅਰਜਨ ਦੇਵ ਜੀ ਨੇ ਮਾਝ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਮਹਾ ਦਿਵਸ ਮੂਰਤ ਭਲੇ, ਉੱਥੇ ਮੂਰਤ ਦਾ ਅਰਥ ਹੈ ਮਹੂਰਤ, ਦੋ ਘੜੀਆਂ। ਗੁਰੂ ਅਰਜਨ ਦੇਵ ਜੀ ਨੇ ਬਿਲਾਵਲ ਰਾਗ ਵਿੱਚ ਇਹ ਸ਼ਬਦ ਵਰਤਿਆ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ, ਉੱਥੇ ਮੂਰਤ ਦਾ ਮਤਲਬ ਹੈ ਗੁਰੂ ਦੀ ਸਿੱਖਿਆ। ਮੂਰਤ ਮੀਨਸ ਗੁਰੂ ਦੀ ਸਿੱਖਿਆ। ਭਾਈ ਗੁਰਦਾਸ ਜੀ ਨੇ ਇਹ ਸ਼ਬਦ ਵਰਤਿਆ ਹੈ, ਗੁਰ ਮੂਰਤ, ਗੁਰ ਸ਼ਬਦ ਹੈ, ਉੱਥੇ ਮੂਰਤ ਦਾ ਅਰਥ ਹੈ ਅਸਲ ਸਰੂਪ। ਤੇ ਗੁਰੂ ਨਾਨਕ ਦੇਵ ਜੀ ਇੱਥੇ ਮੂਰਤ ਸ਼ਬਦ ਵਰਤ ਰਹੇ ਨੇ ਹਸਤੀ ਵਾਸਤੇ, ਮੂਰਤ ਦਾ ਮਤਲਬ ਹਸਤੀ। ਇੱਥੇ ਇੱਕ ਆਪ ਹੋਰ ਅਜੀਬ ਚੀਜ਼ ਵੇਖੋ, ਸਤਨਾਮ ਦੇ ਮਮਲੇ ਔਂਕੜ, ਪੁਰਖ ਦੇ ਖੱਖੇ ਥੱਲੇ ਔਂਕੜ, ਨਿਰਭਉ ਨਿਰਵੈਰ ਦੇ ਅਖੀਰਲੇ ਅੱਖਰਾਂ ਥੱਲੇ ਔਂਕੜ, ਪਰ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਹੈ, ਮੂਰਤ ਦੇ ਤੱਤੇ ਨਾਲ ਸਿਹਾਰੀ ਹੈ। ਅਸੀਂ ਸ਼ਾਇਦ ਕਦੇ ਧਿਆਨ ਦੇ ਨਾਲ ਨਹੀਂ ਨਾ ਪੜਿਆ ਵੀ ਅਕਾਲ ਦੇ ਲੱਲੇ ਥੱਲੇ ਔਂਕੜ ਕਿਉਂ ਨਹੀਂ ਆਇਆ, ਮੂਰਤ ਦੇ ਤੱਤੇ ਨਾਲ ਸਿਹਾਰੀ ਕਿਉਂ ਹੈ।
जे अकाल दे लल्ले थले औंकड़ लगा दिता जाए तो एक बहुत वड्डी प्रॉब्लम क्रिएट हो जाएगी। काल शब्द वखरा हो जाएगा, मूर्त वखरा हो जाएगा। जो किसी नाम दे आखिरी अखर थले औंकड़ लगा होवे ना ਤਾਂ ਉਹ ਪੁਲਿੰਗ ਸ਼ਬਦ ਹੁੰਦਾ ਹੈ ਤੇ ਇੱਕ ਵਚਨ ਹੁੰਦਾ ਹੈ, ਸਿੰਗੂਲਰ, ਮੇਲ ਜੈਂਡਰ। ਤੇ ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਨਾਲ ਸਿਹਾਰੀ ਲੱਗੀ ਹੋਵੇ ਤਾਂ ਉਹ ਫੀਮੇਲ ਜੈਂਡਰ, ਇਸਤਰੀ ਲਿੰਗ ਹੋ ਜਾਂਦਾ ਹੈ। ਹੁਣ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਈਏ ਤਾਂ ਇਹ ਕਰਤਾ ਕਾਰਕ ਇੱਕ ਵਚਨ ਪੁਲਿੰਗ ਹੋ ਜਾਏਗਾ ਤੇ ਨਾਸਤਕਤਾ ਪੈਦਾ ਹੋ ਸਕਦੀ ਹੈ। ਅਕਾਲ ਮਤਲਬ ਕਾਲ ਦਾ ਕੋਈ ਅਸਰ ਨਹੀਂ, ਜਿਸ ਤੇ ਜਵਾਨੀ ਬੁਢੇਪਾ ਬਚਪਨ ਨਹੀਂ ਹੁੰਦਾ, ਜਿਸ ਦੀ ਕਦੇ ਮੌਤ ਨਹੀਂ ਹੁੰਦੀ, ਤਾਂ ਬੰਦਾ ਸ਼ੰਕਾ ਕਰ ਸਕਦਾ ਹੈ ਫਿਰ ਇਹੋ ਜਿਹੀ ਚੀਜ਼ ਹੋਣੀ ਹੀ ਨਹੀਂ, ਨਾਸਤਕਤਾ ਪੈਦਾ ਹੋ ਸਕਦੀ। ਤੇ ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲੱਗਾ ਹੋਵੇ ਤੇ ਮੂਰਤ ਦੇ ਤੱਤੇ ਨਾਲ ਸਿਹਾਰੀ, ਮੂਰਤ ਦਾ ਅਰਥ ਹੋ ਜਾਏਗਾ ਹਸਤੀ, ਤੇ ਜਿਸ ਦੀ ਹਸਤੀ ਹੈ ਉਹਦੀ ਤਸਵੀਰ ਬਣਾਈ ਜਾ ਸਕਦੀ ਹੈ। ਹੁਣ ਅਸੀਂ ਸਾਰੇ ਹਸਤੀਆਂ ਹਾਂ ਨਾ, ਸਾਡੀ ਕੱਲੀ ਕੱਲੇ ਦੀ ਫੋਟੋ ਖਿੱਚੀ ਜਾ ਸਕਦੀ ਹੈ, ਤਸਵੀਰ ਬਣਾਈ ਜਾ ਸਕਦੀ ਹੈ, ਮੇਰੀ ਤਸਵੀਰ ਬਣਾਈ ਜਾ ਸਕਦੀ ਹੈ, ਤੁਹਾਡੀ ਬਣਾਈ ਜਾ ਸਕਦੀ ਹੈ। ਤਾਂ ਫਿਰ ਮੂਰਤੀ ਪੂਜਾ ਸ਼ੁਰੂ ਹੋ ਜਾਏਗੀ। ਸਿੱਖ ਧਰਮ ਦੇ ਵਿੱਚ ਨਾ ਨਾਸਤਕਤਾ ਹੈ, ਨਾ ਮੂਰਤੀ ਪੂਜਾ ਹੈ। ਇਸ ਲਈ ਗੁਰਦੇਵ ਨੇ ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਲਗਾਇਆ, ਇਹ ਫੀਮੇਲ ਜੈਂਡਰ ਬਣ ਗਿਆ ਹੈ। ਜਦੋਂ ਅਸੀਂ ਕਿਸੇ ਨਾਉਨ ਦਾ ਆਖਰੀ ਅੱਖਰ ਹਟਾਉਂਦੇ ਆ ਨਾ, ਔਂਕੜ, ਆਖਰੀ ਅੱਖਰ ਥੱਲੋਂ ਔਂਕੜ ਹਟਾਉਂਦੇ ਆ ਤਾਂ ਉਹ ਫੀਮੇਲ ਜੈਂਡਰ ਵੀ ਬਣ ਜਾਂਦਾ ਹੈ। ਜਿਵੇਂ ਭਗਤ ਦੇ ਤੱਤੇ ਥੱਲੇ ਔਂਕੜ ਤਾਂ ਉਹ ਮੇਲ ਜੈਂਡਰ ਹੋਏਗਾ, ਲੇਕਿਨ ਸਿਹਾਰੀ ਲੱਗ ਗਈ ਤੇ ਫੀਮੇਲ ਜੈਂਡਰ ਹੋ ਜਾਏਗਾ। ਇੱਥੇ ਅਕਾਲ ਫੀਮੇਲ ਜੈਂਡਰ ਹੈ ਔਰ ਮੂਰਤ ਦਾ ਵਿਸ਼ੇਸ਼ਣ ਹੈ, ਇਕੱਠਾ ਸ਼ਬਦ ਹੈ ਅਕਾਲ ਮੂਰਤ। ਇਹਦਾ ਅਰਥ ਬਣੇਗਾ ਕਾਲ ਰਹਿਤ ਹਸਤੀ। ਰੱਬ ਕਾਲ ਤੋਂ ਰਹਿਤ ਵੀ ਹੈ, ਜੋ ਸਰਬ ਵਿਆਪਕ ਹੈ, ਜੋ ਇੱਕ ਓੰਕਾਰ ਹੈ, ਉਹ ਕਾਲ ਰਹਿਤ ਹੈ ਤੇ ਨਾਲ ਹਸਤੀ ਵੀ ਹੈ, ਯਾਨੀ ਉਹਦੀ ਹਸਤੀ ਵੀ ਹੈ ਤੇ ਉਹ ਕਾਲ ਤੋਂ ਰਹਿਤ ਵੀ ਹੈ। ਇਸ ਲਈ ਅਕਾਲ ਮੂਰਤ ਦਾ ਅਰਥ ਹੋਏਗਾ ਕਾਲ ਰਹਿਤ ਹਸਤੀ। ਅਜੂਨੀ, ਅਜੂਨੀ ਦਾ ਅਰਥ ਹੈ ਜੂਨਾਂ ਤੋਂ ਰਹਿਤ, ਉਹ ਜੂਨਾਂ ਵਿੱਚ ਨਹੀਂ ਹੁੰਦਾ। ਵੈਸੇ ਬਹੁਤੇ ਲੋਕਾਂ ਨੇ ਰੱਬ ਦਾ ਅਵਤਾਰ ਮੰਨਿਆ ਹੈ, ਫਲਾ ਬੰਦਾ ਰੱਬ ਦਾ ਅਵਤਾਰ ਹੈ ਜਾਂ ਰੱਬ ਅਵਤਾਰ ਧਾਰ ਕੇ ਆਇਆ। ਐਸਾ ਨਹੀਂ ਹੈ, ਸਿੱਖ ਧਰਮ ਅਵਤਾਰਵਾਦ ਨੂੰ ਨਹੀਂ ਮੰਨਦਾ। ਗੁਰੂ ਜੀ ਨੇ ਪਾਵਨ ਬਾਣੀ ਵਿੱਚ ਬਚਨ ਕੀਤਾ ਹੈ, ਸੋ ਮੁਖ ਜਲੋ ਜਿਤ ਕਹੇ ਠਾਕੁਰ ਜੋਨੀ, ਤੇਰਾ ਉਹ ਮੂੰਹ ਸੜ ਜਾਏ। ਜਿਸ ਜ਼ਬਾਨ ਦੇ ਨਾਲ ਉਹ ਤੂੰ ਕਹਿਣਾ ਹੈ ਕਿ ਰੱਬ ਜੂਨ ਵਿੱਚ ਆਇਆ ਹੈ, ਰੱਬ ਜੂਨ ਵਿੱਚ ਨਹੀਂ ਹੈ, ਜੂਨਾਂ ਤੋਂ ਰਹਿਤ ਹੈ। ਸੈਭੰ, ਸੈਭੰ ਦਾ ਅਰਥ ਹੈ ਸੈਭੰ, ਆਪਣੇ ਆਪ ਤੋਂ ਆਪ, ਸੁਤੇ ਪ੍ਰਕਾਸ਼, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਕਿਸੇ ਮਾਂ-ਬਾਪ ਤੋਂ ਪੈਦਾ ਨਹੀਂ ਹੋਇਆ। ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਸੁਤੇ ਪ੍ਰਕਾਸ਼, ਆਪਣੇ ਆਪ ਤੋਂ ਆਪ। ਹੁਣ ਜਿਹੜਾ ਮਾਲਕ ਲਗਾਤਾਰ ਸਮਾਇਆ ਹੋਇਆ ਹੈ, ਇੱਕੋ ਹੀ ਹੈ, ਜਿਹਦੇ ਵਿੱਚ ਇੰਨੇ ਗੁਣ ਨੇ, ਉਹ ਕਿਵੇਂ ਮਿਲੇ? ਉਹਦੇ ਨਾਲ ਮਿਲਾਪ ਦਾ ਸਾਧਨ ਕੀ ਹੈ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ। ਪ੍ਰਸਾਦ ਦੇ ਦੱਦੇ ਨਾਲ ਸਿਹਾਰੀ, ਪ੍ਰਸਾਦ ਰਾਹੀਂ, ਕਿਰਪਾ ਰਾਹੀਂ। ਤੇ ਗੁਰ ਦੇ ਰਾਰੇ ਥੱਲੇ ਔਂਕੜ ਨਹੀਂ ਹੈ। ਕਿਉਂ? ਕਿਉਂਕਿ ਜਦੋਂ ਦੋ ਸ਼ਬਦਾਂ ਦੇ ਅੰਦਰ ਕੋਈ ਸੰਬੰਧਕੀ ਪਦ ਆ ਜਾਂਦਾ ਹੈ ਤਾਂ ਉਹਦੇ ਵਿੱਚੋਂ ਪਹਿਲੇ ਜਿਹੜਾ ਹੈ ਜਾਂ ਦੂਜੇ ਆਪਣਾ ਨਾਉਨ ਦਾ ਔਂਕੜ ਜਿਹੜਾ ਹੈ ਹਟਾ ਦਿੱਤਾ ਜਾਂਦਾ ਹੈ। ਗੁਰ ਪ੍ਰਸਾਦ, ਇੱਥੇ ਅਰਥ ਹੈ ਗੁਰੂ ਦੀ ਕਿਰਪਾ ਰਾਹੀਂ, ਤੇ ਦੀ ਸ਼ਬਦ ਸਾਇਲੈਂਟ ਹੈ, ਲੁਪਤ ਹੈ। ਇਸ ਲਈ ਗੁਰ ਦੇ ਰਾਰੇ ਦਾ ਔਂਕੜ ਹਟਾ ਦਿੱਤਾ ਗਿਆ। ਜਿਵੇਂ ਗੁਰਸਿੱਖ, ਜੇ ਸਿੱਖ ਦੇ ਖੱਖੇ ਥੱਲੇ ਔਂਕੜ ਹੋਵੇ ਔਰ ਗੁਰ ਦਾ ਰਾਰਾ ਮੁਕਤਾ ਹੋਵੇ, ਉਹਨੂੰ ਅਸੀਂ ਇਕੱਠਾ ਪੜਾਂਗੇ ਗੁਰਸਿੱਖ। ਗੁਰਸਿੱਖ ਦਾ ਮਤਲਬ ਗੁਰੂ ਦਾ ਸਿੱਖ। ਗੁਰ ਦਾ ਰਾਰਾ ਵੀ ਮੁਕਤਾ ਹੋਵੇ, ਸਿੱਖ ਦਾ ਖੱਖਾ ਵੀ ਮੁਕਤਾ ਹੋਵੇ, ਫਿਰ ਵੀ ਅਸੀਂ ਇਕੱਠਾ ਪੜਾਂਗੇ, ਉਹਦਾ ਅਰਥ ਹੋ ਜਾਏਗਾ ਗੁਰੂ ਦੇ ਸਿੱਖ। ਪਰ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦੇ ਖੱਖੇ ਥੱਲੇ ਵੀ ਔਂਕੜ ਹੋਵੇ, ਫਿਰ ਇਹਨਾਂ ਨੂੰ ਅੱਡ ਅੱਡ ਪੜਾਂਗੇ, ਗੁਰ ਸਿੱਖ, ਜਿਹਦਾ ਮਤਲਬ ਹੋ ਜਾਏਗਾ ਗੁਰੂ ਵੀ ਸਿੰਗੂਲਰ ਔਰ ਸਿੱਖ ਵੀ ਸਿੰਗੂਲਰ।
ਤੇ ਜੇ ਗੁਰ ਦੇ ਰਾਰੇ ਥੱਲੇ ਔਂਕੜ ਹੋਵੇ, ਸਿੱਖ ਦਾ ਖੱਖਾ ਮੁਕਤਾ ਹੋਵੇ, ਤਾਂ ਵੀ ਅਸੀਂ ਵੱਖਰਾ ਪੜਾਂਗੇ ਗੁਰ ਸਿੱਖ। ਗੁਰੂ ਸਿੰਗੂਲਰ ਸ਼ਬਦ ਹੈ ਗੁਰ, ਤੇ ਸਿੱਖ ਪਲੂਰਲ ਹੈ। ਇੱਥੇ ਗੁਰ ਪ੍ਰਸਾਦ ਦਾ ਮਤਲਬ ਗੁਰੂ ਦੀ ਕਿਰਪਾ ਰਾਹੀਂ। ਤਾਂ ਮੈਂ ਇਹ ਅਰਥ ਇੱਕ ਵਾਰ ਫਿਰ ਦੁਹਰਾ ਦਿਆਂ, ਜਿਸ ਕਰਕੇ ਸਾਨੂੰ ਸਮਝ ਆ ਜਾਏ। ਇੱਕ ਓੰਕਾਰ ਦਾ ਮਤਲਬ ਇੱਕ ਸਰਬ ਵਿਆਪਕ ਪਰਮ ਸੱਤਿਆ, ਜਿਸ ਰਾਹੀਂ ਸੰਸਾਰ ਦੀ ਉਤਪਤੀ, ਲਹਿਤਾ, ਪਾਲਣਾ ਔਰ ਸੰਚਾਲਨ ਹੁੰਦਾ ਹੈ। ਸਤਨਾਮ ਉਹ ਹੋਂਦ ਵਾਲਾ ਹੈ, ਉਹਦਾ ਨਾਮ ਇੱਕ ਅਟਲ ਸੱਚਾਈ ਹੈ। ਕਰਤਾ ਪੁਰਖ ਸਿਰਜਕ ਹੈ, ਸਿਰਜਣਹਾਰ ਹੈ। ਪੁਰਖ ਦਾ ਮਤਲਬ ਰਚਨਾ ਦੇ ਅੰਦਰ ਸਮਾਇਆ ਹੋਇਆ ਹੈ, ਰਚਨਾ ਤੋਂ ਬਾਹਰ ਨਹੀਂ। ਨਿਰਭਉ ਡਰ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਉਹਦੀ ਹਸਤੀ ਕਾਲ ਰਹਿਤ ਹੈ, ਉਹਦਾ ਵਿਨਾਸ਼ ਨਹੀਂ ਹੁੰਦਾ। ਅਜੂਨੀ ਜੂਨਾਂ ਤੋਂ ਰਹਿਤ ਹੈ। ਸੈਭੰ ਸੁਤੇ ਪ੍ਰਕਾਸ਼ ਹੈ, ਤੇ ਉਹਦੇ ਨਾਲ ਮਿਲਾਪ ਕਿਵੇਂ ਹੋਏਗਾ? ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਾਹੀਂ, ਗੁਰੂ ਦੀ ਕਿਰਪਾ ਦਾ ਸਦਕਾ। ਹੁਣ ਸਾਡਾ ਜੋ ਧਾਰਮਿਕ ਜਗਤ ਹੈ, ਜੋ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ, ਉਹ ਰੱਬ ਦੇ ਵਿੱਚ ਅਭੇਦ ਹੋਣਾ ਚਾਹੁੰਦੇ ਨੇ। ਰੱਬ ਨੂੰ ਮਿਲਣ ਦੀਆਂ ਬਹੁਤ ਸਾਰੀਆਂ ਤਰਕੀਬਾਂ ਦੱਸੀਆਂ ਜਾ ਰਹੀਆਂ ਨੇ। ਰੱਬ ਦੇ ਮਿਲਾਪ ਸਿਖਾਉਣ ਵਾਸਤੇ, ਢੰਗ ਤਰੀਕੇ ਸਿਖਾਉਣ ਵਾਸਤੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਨੇ। ਬਹੁਤ ਸਾਰੇ ਡੇਰੇ, ਬਹੁਤ ਸਾਰੇ ਦੇਹਧਾਰੀ ਗੁਰੂ, ਬਹੁਤ ਸਾਰੇ ਹੋਰ ਲੋਕ ਕਹਿ ਰਹੇ ਨੇ ਕਿ ਅਸੀਂ ਤੁਹਾਨੂੰ ਰੱਬ ਦੇ ਨਾਲ ਮਿਲਾਵਾਂਗੇ, ਤੁਹਾਨੂੰ ਨਾਮ ਦਿਆਂਗੇ, ਇਹਨੂੰ ਇਸ ਤਰ੍ਹਾਂ ਜਪੋਗੇ, ਫਿਰ ਤੁਹਾਡੇ ਨਾਲ ਰੱਬ ਮਿਲੇਗਾ। ਰੱਬ ਨੂੰ ਖੋਜੋ, ਰੱਬ ਨੂੰ ਲੱਭੋ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਲੱਭਣਾ ਤੇ ਉਹਨੂੰ ਹੈ ਜਿਹੜਾ ਗੁਆਚਿਆ ਹੋਵੇ। ਇਹ ਗੱਲ ਧਿਆਨ ਨਾਲ ਸਮਝਣੀ ਹੈ। ਜਿਹੜਾ ਇੱਕ ਓੰਕਾਰ ਹੈ, ਜਿਹੜਾ ਹੈ ਹੀ ਇੱਕ, ਜਿਹੜਾ ਆਪ ਹੀ ਪਸਰਿਆ ਹੋਇਆ ਹੈ, ਉਹਨੂੰ ਲੱਭੋਗੇ ਕਿਵੇਂ? ਜਿਹੜਾ ਕਦੇ ਗੁਆਚਿਆ ਹੀ ਨਹੀਂ, ਜਿਹੜਾ ਘੱਟ ਘੱਟ ਮੈਂ ਹਰ ਜੂ ਵਸੇ, ਜੋ ਮੇਰੇ ਤੁਹਾਡੇ ਸਾਰਿਆਂ ਵਿੱਚ ਵਸ ਰਿਹਾ, ਜਿਹੜਾ ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਉਹਨੂੰ ਕਿਵੇਂ ਲੱਭੋਗੇ? ਉਹਨੂੰ ਲੱਭਣ ਦਾ ਕੋਈ ਸਾਧਨ ਤੇ ਤਾਂ ਹੋਏ ਨਾ ਜੇ ਉਹ ਗੁਆਚਿਆ ਹੋਏ। ਰੱਬ ਨੂੰ ਮਿਲੀਏ ਤੇ ਤਾਂ ਜੇ ਰੱਬ ਤੋਂ ਵਿਛੜੇ ਹੋਈਏ। ਜੇ ਕੋਈ ਕਹਿੰਦਾ ਹੈ ਨਾ ਕਿ ਸਾਨੂੰ ਰੱਬ ਨੂੰ ਮਿਲਣ ਦੀ ਜਾਂਚ ਦੱਸੋ, ਦੱਸੀ ਜਾ ਰਹੀ ਹੈ ਜਾਂਚਾਂ। ਸਾਨੂੰ ਇਹ ਲੋਕ ਕਹਿੰਦੇ ਨੇ ਜੋ ਸਾਡੇ ਨਾਲ ਮਿਲਣ ਵਾਲੇ ਨੇ ਕਿ ਰੱਬ ਨੂੰ ਮਿਲਣ ਦਾ ਸਾਧਨ ਕੋਈ ਹੈ। ਤਾਂ ਮੈਂ ਤਾਂ ਸਾਫ਼ ਕਹਿਣਾ ਹੁੰਦਾ ਵੀ ਰੱਬ ਨੂੰ ਮਿਲਣ ਦਾ ਸਾਧਨ ਦੱਸਿਆ ਜਾ ਸਕਦਾ ਹੈ। ਪਹਿਲਾਂ ਮੈਨੂੰ ਇਹ ਦੱਸੋ ਕਿ ਰੱਬ ਤੋਂ ਵਿਛੜਿਆ ਕਿਵੇਂ ਜਾਏ? ਰੱਬ ਤੋਂ ਵਿਛੜਨ ਦਾ ਕੋਈ ਤਰੀਕਾ ਦੱਸੋ ਤੇ ਫਿਰ ਮੈਂ ਤੁਹਾਨੂੰ ਮਿਲਣ ਦਾ ਤਰੀਕਾ ਦੱਸ ਦਿਆਂ। ਜਿਹਦੇ ਤੋਂ ਵਿਛੜਿਆ ਹੀ ਨਹੀਂ ਜਾ ਸਕਦਾ, ਜਿਹੜਾ ਗੁਆਚਿਆ ਹੀ ਨਹੀਂ, ਉਹਨੂੰ ਲੱਭੀਏ ਕਿਵੇਂ? ਮਿਲਾਂਗੇ ਤੇ ਤਾਂ ਨਾ ਜੇ ਅਸੀਂ ਵਿਛੜੇ ਹੋਈਏ। ਹੁਣ ਦੇਖੋ ਅਸੀਂ ਸਾਰੇ ਵੀਰ ਭੈਣਾਂ ਕਲਾਸ ਵਿੱਚ ਬੈਠੇ ਹਾਂ, ਤਾਂ ਜੇ ਅਸੀਂ ਇੱਕ ਦੂਜੇ ਨੂੰ ਮਿਲਣਾ ਹੋਵੇ ਤਾਂ ਅਸੀਂ ਇੱਕ ਦੂਜੇ ਤੋਂ ਦੂਰ ਹਾਂ। ਘਰ ਵਿੱਚ ਅਸੀਂ ਇੱਕ ਦੂਜੇ ਦੇ ਕੋਲ ਜਾਵਾਂਗੇ, ਆਪਣੇ ਰਿਸ਼ਤੇਦਾਰ ਕੋਲ ਜਾਵਾਂਗੇ, ਤੇ ਜਿਹੜੇ ਬੈਠੇ ਇਕੱਠੇ ਨੇ ਇੱਕ ਦੂਜੇ ਦੇ ਕੋਲ, ਉਹ ਮਿਲਣ ਕਿਵੇਂ? ਰੱਬ ਕਦੇ ਵਿਛੜਿਆ ਨਹੀਂ ਹੈ, ਰੱਬ ਕਦੇ ਗੁਆਚਿਆ ਨਹੀਂ ਹੈ। ਇਸ ਲਈ ਗੁਆਚਿਆ ਹੈ ਬੰਦੇ ਤੋਂ ਇਨਸਾਫ, ਪ੍ਰੇਮ, ਦਇਆ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਸੱਚਾਈ, ਇਹ ਚੀਜ਼ਾਂ ਗੁਆਚ ਗਈਆਂ ਨੇ। ਇਹਨਾਂ ਨੂੰ ਆਪਣੇ ਅੰਦਰੋਂ ਲੱਭੋ, ਇਹਨਾਂ ਨੂੰ ਪ੍ਰਗਟ ਕਰੋ ਤੁਹਾਡੇ ਅੰਦਰ। ਖੈਰ ਫਿਰ ਵੀ ਉਹਦੇ ਮਿਲਾਪ ਵਾਸਤੇ ਸਾਧਨ ਕੀ ਨੇ? ਉਹਦੇ ਮਿਲਾਪ ਵਾਸਤੇ ਸਾਧਨ ਇੱਕੋ ਹੀ ਹੈ, ਗੁਰ ਪ੍ਰਸਾਦ। ਕਿ ਐਸਾ ਜੋ ਰੱਬ ਹੈ, ਗੁਰੂ ਦੀ ਕਿਰਪਾ ਦੇ ਨਾਲ ਅਸੀਂ ਉਹਦੇ ਵਿੱਚ ਮਿਲ ਸਕਦੇ ਹਾਂ, ਉਹਦੇ ਵਿੱਚ ਅਭੇਦ ਹੋ ਸਕਦੇ ਹਾਂ, ਅਨੁਭਵ ਕਰ ਸਕਦੇ ਹਾਂ। ਚਾਰ ਚੁਫੇਰੇ ਕੁਦਰਤ ਪਸਰੀ ਹੋਈ ਵਿੱਚ ਰੱਬ ਨੂੰ ਵੇਖ ਸਕਦੇ ਹਾਂ। ਕਿਵੇਂ? ਗੁਰੂ ਦੀ ਕਿਰਪਾ ਨਾਲ। ਤਾਂ ਇਹਦਾ ਮਤਲਬ ਇਹ ਹੋਇਆ ਕਿ ਰੱਬ ਵਿੱਚ ਅਭੇਦ ਹੋਣ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਕੀ ਚਾਹੀਦਾ ਹੈ ਜੀ? ਗੁਰੂ ਦੀ ਕਿਰਪਾ। ਕੀ ਚਾਹੀਦਾ ਹੈ? ਬੋਲੋ ਸਾਰੇ, ਅਨਮਿਊਟ ਰਹਿੰਦਾ ਹੀ। ਕੀ ਚਾਹੀਦਾ ਸਾਨੂੰ? ਗੁਰੂ ਦੀ ਕਿਰਪਾ ਚਾਹੀਦੀ ਹੈ ਨਾ। ਹਾਂ, ਗੁਰੂ ਦੀ ਕਿਰਪਾ। ਉਸ ਤੋਂ ਅੱਗੇ ਫਿਰ ਚੱਲਾਂਗੇ। ਇਸ ਲਈ ਜੇ ਅਸੀਂ ਉਸ ਪ੍ਰਭੂ ਵਿੱਚ ਅਭੇਦ ਹੋਣਾ ਚਾਹੁੰਦੇ ਹਾਂ ਤਾਂ ਸਾਡੀ ਯਾਤਰਾ ਇੱਕ ਓੰਕਾਰ ਤੋਂ ਸ਼ੁਰੂ ਨਹੀਂ ਹੋਣੀ। ਸਾਡੀ ਯਾਤਰਾ ਗੁਰਪ੍ਰਸਾਦ ਤੋਂ ਸ਼ੁਰੂ ਹੋਏਗੀ। ਰੱਬ ਵਿੱਚ ਅਭੇਦ ਹੋਣ ਲਈ ਸਾਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ ਗੁਰਪ੍ਰਸਾਦ, ਗੁਰੂ ਦੀ ਕਿਰਪਾ।
ਤੇ ਗੁਰੂ ਜਦੋਂ ਕਿਰਪਾ ਕਰੇਗਾ ਸਾਨੂੰ ਕੀ ਦੇਵੇਗਾ? ਗਿਆਨ ਦੇਵੇਗਾ। ਕਰ ਕਿਰਪਾ ਅਵਗੁਣ ਕੱਟੇ, ਗਿਆਨ ਅੰਜਨ ਸਾਰਿਆ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਗੁਰੂ ਨੇ ਸਾਨੂੰ ਉਹ ਨਜ਼ਰੀਆ ਦੇਣਾ ਹੈ, ਗੁਰੂ ਨੇ ਸਾਨੂੰ ਗਿਆਨ ਦੇਣਾ ਹੈ, ਜਿਸ ਗਿਆਨ ਰਾਹੀਂ, ਜਿਨ੍ਹਾਂ ਅੱਖਾਂ ਰਾਹੀਂ ਇਸ ਜਗਤ ਦੇ ਅੰਦਰ ਦਾਤੇ ਦੇ ਦੀਦਾਰ ਕਰਨੇ ਨੇ, ਤਾਂ ਸਭ ਤੋਂ ਪਹਿਲਾਂ ਜ਼ਰੂਰਤ ਹੈ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣ ਦੀ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਅਸੀਂ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵੀਏ। ਹੁਣ ਜਿਸ ਨੇ ਆਪਣਾ ਆਪਾ ਗੁਰੂ ਅੱਗੇ ਸਮਰਪਿਤ ਕਰ ਦਿੱਤਾ, ਆਪ ਹੁਦਰਾਪਨ ਛੱਡ ਦਿੱਤਾ, ਗੁਰੂ ਗਿਆਨ ਦੀ ਅਗਵਾਈ ਵਿੱਚ ਜੀਵਿਆ, ਤਾਂ ਗੁਰਪ੍ਰਸਾਦ ਤੋਂ ਅਗਲਾ ਸ਼ਬਦ ਹੈ ਸੈਭੰ। ਉਹਨੂੰ ਸਮਝ ਆਈ ਕਿ ਰੱਬ ਸੈਭੰ ਹੈ, ਸੁਤੇ ਪ੍ਰਕਾਸ਼ ਹੈ। ਹੁਣ ਦੇਖੋ, ਰੱਬ ਆਪਣੇ ਆਪ ਤੋਂ ਆਪ ਹੈ, ਤਾਂ ਸਾਨੂੰ ਇਹਦੇ ਨਾਲ ਕੀ ਫਰਕ ਪੈਂਦਾ ਹੈ? ਜੇ ਰੱਬ ਨੂੰ ਮਾਂ-ਬਾਪ ਨੇ ਵੀ ਪੈਦਾ ਕੀਤਾ ਹੁੰਦਾ, ਸਾਨੂੰ ਕੀ ਫਰਕ ਪੈਣਾ ਸੀ? ਜੇ ਆਪਣੇ ਆਪ ਤੋਂ ਆਪ ਹੈ ਤਾਂ ਸਾਨੂੰ ਕੀ ਫਰਕ ਪੈਂਦਾ ਹੈ? ਹੁਣ ਇਹ ਗੱਲ ਧਿਆਨ ਨਾਲ ਅਸਾਂ ਸਮਝਣੀ ਹੈ ਕਿ ਅਸੀਂ ਉਹਦੇ ਵਿੱਚ ਸਮਾਣਾ ਹੈ ਜੋ ਸੈਭੰ ਹੈ, ਜੋ ਸੁੱਤੇ ਪ੍ਰਕਾਸ਼ ਹੈ, ਜੋ ਆਪਣੇ ਆਪ ਤੋਂ ਆਪ ਹੈ। ਆਪਣੇ ਆਪ ਤੋਂ ਆਪ ਹੋਣਾ ਇਹ ਰੱਬ ਦਾ ਇੱਕ ਗੁਣ ਹੈ। ਉਹ ਆਪਣੇ ਆਪ ਤੋਂ ਆਪ ਹੈ, ਉਹਨੂੰ ਕਿਸੇ ਸਹਾਰੇ ਦੀ ਜ਼ਰੂਰਤ ਨਹੀਂ ਹੈ, ਉਹਨੂੰ ਕੋਈ ਪੈਦਾ ਕਰਨ ਵਾਲਾ ਨਹੀਂ, ਉਹ ਨਿਰਾਲੰਭ, ਬਿਨਾਂ ਸਹਾਰੇ ਤੋਂ। ਹੁਣ ਉਹਦੇ ਵਿੱਚ ਅਸਾਂ ਅਪੇਧ ਹੋਣਾ ਹੈ, ਉਹਨੂੰ ਜਾਣਨਾ ਹੈ, ਉਹਦੇ ਵਿੱਚ ਅਸੀਂ ਸਮਾਣਾ ਹੈ। ਤਾਂ ਜਿਹੜਾ ਸੈਭੰ ਦੇ ਅੰਦਰ ਸਮਾਏਗਾ ਉਹ ਵੀ ਸੈਭੰ ਹੋ ਜਾਏਗਾ ਨਾ। ਜਿਹੜੀ ਬੂੰਦ ਸਮੁੰਦਰ ਵਿੱਚ ਸਮਾਏਗੀ ਉਹ ਸਮੁੰਦਰ ਹੋ ਜਾਏਗੀ। ਨਦੀਆਂ ਅਤੇ ਵਾਹ ਭਵੇਂ ਸਮੁੰਦ ਨਾ ਜਾਣੀਐ। ਨਦੀਆਂ, ਨਾਲੇ, ਦਰਿਆ ਸਮੁੰਦਰ ਵਿੱਚ ਪੈ ਜਾਂਦੇ ਨੇ, ਮੁੜ ਕੇ ਵੱਖਰੇ ਨਹੀਂ ਜਾਣੇ ਜਾਂਦੇ। ਜਿਹੜਾ ਸੈਭੰ ਵਿੱਚ ਮਿਲੇਗਾ ਉਹ ਵੀ ਸੈਭੰ ਹੋ ਜਾਏਗਾ, ਤੇ ਜੇ ਉਹ ਸੈਭੰ ਨਹੀਂ ਹੁੰਦਾ ਤਾਂ ਸੈਭੰ ਦੇ ਨਾਲ ਕਦੇ ਮਿਲੇਗਾ ਨਹੀਂ। ਹੁਣ ਸਾਨੂੰ ਇਹ ਰੱਬ ਦਾ ਗੁਣ ਧਾਰਨ ਕਰਨਾ ਪਵੇਗਾ। ਜੋ ਸੈਭੰ ਨੂੰ ਮੰਨੇਗਾ ਉਹ ਆਪਣੇ ਪੈਰਾਂ ਤੇ ਆਪ ਖਲੋਏਗਾ, ਬੇਗਾਨਾ ਹੱਕ ਨਹੀਂ ਖਾਏਗਾ। ਉਹ ਆਪਣੇ ਸਹਾਰੇ ਆਪ ਜ਼ਿੰਦਗੀ ਜੀਵੇਗਾ, ਆਪਣੇ ਪੈਰਾਂ ਤੇ ਆਪ ਖਲੋਏਗਾ। ਜੋ ਕਿਸੇ ਵੀ ਕਿਸਮ ਦੇ ਨਾਲ ਬੇਗਾਨਾ ਹੱਕ ਖਾਂਦੇ ਨੇ, ਚਾਹੇ ਉਹ ਰਿਸ਼ਵਤ ਲੈਂਦੇ ਨੇ, ਚਾਹੇ ਉਹ ਭਰਾ ਦੀ ਪ੍ਰੋਪਰਟੀ ਦਬਾ ਲੈਂਦੇ ਨੇ, ਚਾਹੇ ਉਹ ਚੋਰੀ ਕਰ ਲੈਂਦੇ ਨੇ, ਕਿਸੇ ਵੀ ਢੰਗ ਦੇ ਨਾਲ ਬੇਗਾਨਾ ਹੱਕ ਖਾਣ ਵਾਲਾ ਬੰਦਾ ਸੈਭੰ ਨੂੰ ਮੰਨਣ ਵਾਲਾ ਨਹੀਂ ਹੋ ਸਕਦਾ। ਉਹ ਸੈਭੰ ਨੂੰ ਨਹੀਂ ਮੰਨ ਰਿਹਾ। ਅਸੀਂ ਦੇਖਦੇ ਹਾਂ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦੇ, ਆ ਮਿਲਾਵਟਾਂ ਦਵਾਈਆਂ ਵਿੱਚ ਕਿੰਨਾ ਕੁਛ ਹੋ ਰਿਹਾ ਹੈ। ਤੇ ਉਹ ਜੇ ਲੋਕ ਗੁਰਦੁਆਰੇ ਜਾ ਕੇ, ਮੰਦਿਰ ਮਸੀਤ ਤੇ ਜਾ ਕੇ ਰੱਬ ਨੂੰ ਮੱਥਾ ਟੇਕਣ ਤਾਂ ਸਮਝ ਲੈਣਾ ਧੋਖਾ ਹੈ। ਸੈਭੰ ਦਾ ਗੁਣ ਅਪਣਾਉਣਾ ਪਵੇਗਾ। ਇਹਨਾਂ ਦੇਸ਼ਾਂ ਵਿੱਚ ਵੀ ਅਸੀਂ ਦੇਖਦੇ ਹਾਂ, ਜਿਵੇਂ ਇੰਗਲੈਂਡ ਹੈ, ਜਿਸ ਦੇਸ਼ ਵਿੱਚ ਅਸੀਂ ਬੈਠੇ ਹਾਂ, ਇੱਥੇ ਵੀ ਜਦੋਂ ਕਿਸੇ ਕੋਲ ਕੰਮ ਨਾ ਹੋਵੇ ਜਾਂ ਕੋਈ ਡਿਸੇਬਲ ਹੈ ਤਾਂ ਸਰਕਾਰ ਵੱਲੋਂ ਉਹਨੂੰ ਸਹਾਇਤਾ ਮਿਲਦੀ ਹੈ। ਕਾਨੂੰਨੀ ਤੌਰ ਤੇ ਉਹ ਹੱਕਦਾਰ ਹੈ ਜਿਹੜਾ ਡਿਸੇਬਲ ਹੈ ਜਾਂ ਉਹਦੇ ਕੋਲ ਕੰਮ ਨਹੀਂ ਹੈ। ਹਕੀਕਤ ਵਿੱਚ ਜ਼ਰੂਰਤ ਹੈ ਤਾਂ ਉਹ ਲੈ ਸਕਦਾ ਹੈ। ਲੇਕਿਨ ਕਈ ਲੋਕ ਐਸੇ ਨੇ ਜਿਹੜੇ ਚੰਗੇ ਭਲੇ ਹੱਟੇ ਕੱਟੇ ਨੇ, ਔਰ ਉਹਨਾਂ ਨੇ ਲਿਖਾ ਦਿੱਤਾ ਹੈ ਜੀ ਮੇਰੀ ਤੇ ਲੱਕ ਨਹੀਂ ਪੀੜ ਕਰਦਾ, ਮੈਂ ਤਾਂ ਉੱਠਣ ਜੋਗਾ ਹੀ ਨਹੀਂ। ਉਹ ਸੂਟੀਆਂ ਲੈ ਕੇ ਐਵੇਂ ਨਿਕਲਦੇ ਨੇ ਬਾਹਰ, ਹੈ ਚੰਗੇ ਭਲੇ ਨੇ, ਚੋਰੀ ਕੰਮ ਵੀ ਕਰਦੇ ਨੇ, ਚੋਰੀ ਕੰਮ ਵੀ ਕਰਦੇ ਨੇ, ਪੈਸੇ ਵੀ ਲੈਂਦੇ ਨੇ ਕਿਸੇ ਵੀ ਢੰਗ ਨਾਲ, ਤਾਂ ਉਹ ਸੈਭੰ ਨੂੰ ਮੰਨਣ ਵਾਲੇ ਨਹੀਂ ਹਨ। ਹਾਂ, ਜਿਹਦਾ ਲੱਕ ਪੀੜ ਕਰਦਾ, ਕੰਮ ਨਹੀਂ ਕਰ ਸਕਦਾ, ਉਹ ਹੱਕਦਾਰ ਹੈ, ਉਹਨੂੰ ਲੈਣੇ ਚਾਹੀਦੇ ਨੇ। ਪਰ ਜਿਹੜਾ ਬੰਦਾ ਪੈਸੇ ਵੀ ਲੈ ਰਿਹਾ ਹੈ, ਕੰਮ ਵੀ ਕਰ ਰਿਹਾ ਹੈ, ਤਾਂ ਉਹ ਸੈਭੰ ਨੂੰ ਮੰਨਣ ਵਾਲਾ ਨਹੀਂ ਹੈ। ਇਸ ਲਈ ਗੁਰੂ ਦੀ ਕਿਰਪਾ ਰਾਹੀਂ ਪਤਾ ਲੱਗੇਗਾ ਕਿ ਮੈਂ ਸੈਭੰ ਹੋਣਾ ਹੈ, ਸੈਭੰ ਦੇ ਨਾਲ ਮਿਲਣਾ ਹੈ, ਮੈਂ ਸੈਭੰ ਦਾ ਰੂਪ ਹਾਂ, ਮੈਂ ਉਹਦੀ ਅੰਸ਼ ਹਾਂ। ਅਗਲਾ ਸ਼ਬਦ ਹੈ ਅਜੂਨੀ। ਰੱਬ ਅਜੂਨੀ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਤੇ ਜੇ ਰੱਬ ਜੂਨਾਂ ਵਿੱਚ ਆਏ ਤੇ ਸਾਨੂੰ ਕੀ ਫਰਕ ਪੈਂਦਾ ਹੈ? ਜੇ ਨਹੀਂ ਜੂਨ ਵਿੱਚ ਆਉਂਦਾ ਤੇ ਸਾਨੂੰ ਕੀ ਫਰਕ ਪਿਆ? ਅਸੀਂ ਦੇਖਦੇ ਹਾਂ ਕਈ ਧਰਮਾਂ ਦੇ ਵਿੱਚ ਰੱਬ ਨੂੰ ਅਵਤਾਰ ਮੰਨਿਆ ਜਾਂਦਾ ਹੈ, ਵਰਾ ਅਵਤਾਰ, ਸੂਰ ਦਾ ਅਵਤਾਰ ਧਰ ਕੇ ਰੱਬ ਆਇਆ, ਮੰਨ ਰਹੇ ਨੇ, ਉਹਨਾਂ ਦੀ ਮਰਜ਼ੀ ਹੈ। ਤੇ ਜੇ ਸੂਰ ਦਾ ਅਵਤਾਰ ਧਾਰਨ ਰੱਬ ਕਰਕੇ ਆ ਜਾਏ ਤੇ ਸਾਨੂੰ ਕੀ ਫਰਕ ਪਵੇਗਾ? ਜੇ ਨਹੀਂ ਜੂਨਾਂ ਵਿੱਚ ਤੇ ਸਾਨੂੰ ਕੀ ਫਰਕ ਪਿਆ? ਰੱਬ ਦਾ ਗੁਣ ਹੈ ਇੱਕ ਅਜੂਨੀ।
ਗੁਰੂ ਦੀ ਕਿਰਪਾ ਨਾਲ ਸਾਨੂੰ ਦੂਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਵੀ ਅਜੂਨੀ ਹੋਣਾ ਹੈ। ਅਸੀਂ ਅਜੂਨੀ ਹੋਣਾ ਹੈ, ਅਜੂਨੀ ਨਾਲ ਜੁੜ ਕੇ ਅਜੂਨੀ ਹੋਣਾ ਹੈ, ਜੂਨਾਂ ਚੋਂ ਬਾਹਰ ਆਉਣਾ ਹੈ। ਤੇ ਜੂਨਾਂ ਕੀ ਨੇ? ਪਸ਼ੂ ਬਿਰਤੀਆਂ। ਜਿਵੇਂ ਮੈਂ ਪਹਿਲਾਂ ਕਲਾਸਾਂ ਵਿੱਚ ਕਈ ਵਾਰ ਵਿਚਾਰ ਕਰ ਚੁੱਕਾ ਕਿ ਜਦੋਂ ਅਸੀਂ ਬੇਗਾਨਾ ਹੱਕ ਖਾਂਦੇ ਹਾਂ ਉਦੋਂ ਅਸੀਂ ਕੁੱਤੇ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਮੱਲਾਂ ਹੀ ਮਾਰਦੇ ਹਾਂ ਉਦੋਂ ਅਸੀਂ ਸੱਪ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਕੇਵਲ ਕਰਨੀ ਚਲਾਕੀ ਦੀਆਂ ਗੱਲਾਂ ਕਰਦੇ ਹਾਂ, ਕਥਨੀ ਕਰਦੇ ਹਾਂ, ਕਰਨੀ ਨਹੀਂ ਹੁੰਦੀ, ਉਦੋਂ ਅਸੀਂ ਕਾਂ ਦੀ ਜੂਨ ਵਿੱਚ ਹੁੰਦੇ ਹਾਂ। ਸਾਰਾ ਦਿਨ ਕਾਂ ਕਾਂ ਚੁਗਲੀਆਂ ਨਿੰਦਾ। ਜਦੋਂ ਅਸੀਂ ਕਿਸੇ ਦੀ ਗੱਲ ਵੱਡੇ ਦੀ ਨਹੀਂ ਮੰਨਦੇ, ਚੰਗੀ ਗੱਲ ਨਹੀਂ ਮੰਨਦੇ, ਅਸੀਂ ਸਮਾਜ ਦੇ ਨਿਯਮਾਂ ਨੂੰ, ਧਰਮ ਦੇ ਨਿਯਮਾਂ ਨੂੰ ਤੋੜਦੇ ਹਾਂ, ਉਦੋਂ ਅਸੀਂ ਝੂਠੇ ਦੀ ਜੂਨ ਵਿੱਚ ਹੁੰਦੇ ਹਾਂ। ਮਾਤਾ ਭੈਂਸਾ ਅਮੂਹਾਂ ਜਾਏ। ਇਸ ਲਈ ਗੁਰਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਅਜੂਨੀ ਹੋਣਾ ਹੈ, ਇਨਸਾਨੀਅਤ ਪੈਦਾ ਕਰਨੀ ਆਪਣੇ ਅੰਦਰ। ਸਵੇਰ ਤੋਂ ਲੈ ਕੇ ਸ਼ਾਮ ਤੱਕ ਬੰਦਾ ਕਿੰਨੀਆਂ ਜੂਨਾਂ ਵਿੱਚ ਭਟਕਦਾ ਹੈ ਨਾ, ਸੁਭਾਅ ਕਰਕੇ। ਅਜੂਨੀ ਨੂੰ ਮੰਨਣ ਵਾਲਾ ਉਹ ਹੈ ਜਿਹਦੇ ਅੰਦਰ ਇਹ ਦੋਸ਼ ਨਹੀਂ, ਪਸ਼ੂ ਬਿਰਤੀਆਂ ਨਹੀਂ ਹਨ। ਤਾਂ ਗੁਰੂ ਦੀ ਕਿਰਪਾ ਨਾਲ ਸਾਨੂੰ ਤੀਜੇ ਗੁਣ ਦਾ ਪਤਾ ਲੱਗੇਗਾ ਕਿ ਅਸੀਂ ਆਪਣੀ ਜ਼ਿੰਦਗੀ ਚੋਂ ਪਸ਼ੂ ਬਿਰਤੀਆਂ ਖਤਮ ਕਰਨੀਆਂ ਨੇ। ਅਗਲਾ ਸ਼ਬਦ ਹੈ ਅਕਾਲ ਮੂਰਤ। ਅਕਾਲ ਮੂਰਤ ਦਾ ਮਤਲਬ ਕਾਲ ਰਹਿਤ ਹਸਤੀ। ਰੱਬ ਨੂੰ ਮੌਤ ਨਹੀਂ ਆਉਂਦੀ, ਉਹ ਕਦੇ ਮਰਦਾ ਨਹੀਂ, ਉਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਅਸੀਂ ਵੀ ਅਮਰ ਹੋਣਾ ਹੈ, ਅਸੀਂ ਵੀ ਮੌਤ ਤੋਂ ਬਚਣਾ ਹੈ, ਔਰ ਮੌਤ ਤੋਂ ਬਚਿਆ ਜਾ ਸਕਦਾ ਹੈ। ਜਿਹੜਾ ਮਰਦਾ ਹੈ ਨਾ, ਸਾਰਾ ਦਿਨ ਮਰਦਾ ਹੈ, ਉਹ ਰੱਬ ਵਿੱਚ ਨਹੀਂ ਮਿਲਦਾ। ਜਿਹੜਾ ਰੱਬ ਵਿੱਚ ਮਿਲ ਜਾਏ, ਰੱਬ ਨੂੰ ਜਾਣ ਲਵੇ, ਉਹਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਮੌਤ ਤੋਂ ਰਹਿਤ ਹੋਣਾ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ ਚੌਥੇ ਗੁਣ ਦਾ ਕਿ ਅਸੀਂ ਮੌਤ ਤੋਂ ਰਹਿਤ ਹੋਣਾ ਹੈ। ਤੇ ਬੰਦਾ ਮਰਦਾ ਕਿਵੇਂ ਹੈ? ਸਰੀਰਕ ਮੌਤ ਦੀ ਗੱਲ ਨਹੀਂ, ਉਹ ਤੇ ਸਾਰਿਆਂ ਨੇ ਮਰ ਜਾਣਾ ਹੈ। ਗੱਲ ਜ਼ਮੀਰ ਦੀ ਮੌਤ ਦੀ ਹੈ, ਗੱਲ ਆਤਮਿਕ ਮੌਤ ਦੀ ਹੈ। ਮੰਨ ਲਓ ਮੈਂ ਤੁਹਾਡੇ ਪੈਸੇ ਚੋਰੀ ਕਰਦਾ, ਮੈਂ ਇੱਥੇ ਗੁਰਦੁਆਰਾ ਸਾਹਿਬ ਬੈਠਾ ਹਾਂ, ਕੋਈ 5 ਪਾਉਂਡ ਮੱਥਾ ਟੇਕ ਕੇ ਗਿਆ ਤੇ ਮੈਂ ਉਹ ਪੈਸੇ ਚੁੱਕ ਕੇ ਆਪਣੇ ਜੇਬ 'ਚ ਪਾ ਲਏ, ਚੋਰੀ ਕਰ ਲਿਆ। ਇਹਦਾ ਮਤਲਬ ਮੈਂ ਮਰ ਗਿਆ, ਮੇਰੀ ਮੌਤ ਹੋ ਗਈ, ਹੁਣ ਮੈਂ ਜਿਉਂਦਾ ਨਹੀਂ ਹਾਂ। ਕਿਉਂਕਿ ਬੰਦਾ ਚੋਰੀ ਉਦੋਂ ਕਰੇਗਾ ਜਦੋਂ ਉਹਦੇ ਅੰਦਰੋਂ ਇਨਸਾਨੀਅਤ ਮਰੇਗੀ। ਜਿਉਂਦੀ ਜ਼ਮੀਰ ਵਾਲਾ ਬੰਦਾ ਚੋਰੀ ਨਹੀਂ ਕਰੇਗਾ। ਕਿਸੇ ਦੀ ਧੀ ਭੈਣ ਨੂੰ ਅਸੀਂ ਮਾੜੀ ਨਜ਼ਰ ਨਾਲ ਤੱਕਦੇ ਹਾਂ ਤਾਂ ਉਦੋਂ ਬੰਦੇ ਦੀ ਅੰਦਰੋਂ ਮੌਤ ਹੋ ਜਾਂਦੀ, ਇਨਸਾਨੀਅਤ ਮਰ ਜਾਂਦੀ ਹੈ। ਜਿਹੜਾ ਜਿਉਂਦਾ ਇਨਸਾਨ ਹੈ ਨਾ, ਜਿਹਦੇ ਅੰਦਰ ਇਨਸਾਨੀਅਤ ਜਿਉਂਦੀ ਹੈ, ਉਹ ਹਰ ਧੀ ਭੈਣ ਨੂੰ ਆਪਣੀ ਧੀ ਭੈਣ ਦੀ ਤਰ੍ਹਾਂ ਪਿਆਰ ਔਰ ਸਤਿਕਾਰ ਦੇਵੇਗਾ। ਮਾੜਾ ਕਰਮ ਕਰਨਾ ਦੂਰ ਦੀ ਗੱਲ, ਉਹ ਮਾੜਾ ਸੋਚੇਗਾ ਵੀ ਨਹੀਂ। ਤੇ ਜਦੋਂ ਕੋਈ ਮਾੜਾ ਸੋਚਦਾ ਹੈ ਬੇਗਾਨੀ ਔਰਤ ਨੂੰ ਵੇਖ ਕੇ, ਉਦੋਂ ਅੰਦਰੋਂ ਮਰ ਗਿਆ ਹੁੰਦਾ ਹੈ। ਜਦੋਂ ਬੰਦਾ ਹੰਕਾਰ ਕਰਕੇ ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਦੂਜਿਆਂ ਨੂੰ ਨੀਵਾਂ ਵਿਖਾਉਂਦਾ ਹੈ, ਉਦੋਂ ਬੰਦਾ ਮਰ ਚੁੱਕਾ ਹੁੰਦਾ ਹੈ, ਇਨਸਾਨੀਅਤ ਮਰ ਜਾਂਦੀ ਹੈ ਉਦੋਂ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਹੰਕਾਰ ਵਾਲੇ ਬੋਲ ਬੋਲ ਕੇ ਕਿਸੇ ਨੂੰ ਨੀਵਾਂ ਵਿਖਾਉਂਦੇ ਹੋ, ਉਦੋਂ ਤੁਹਾਡੀ ਅੰਦਰੋਂ ਮੌਤ ਹੋ ਗਈ ਹੁੰਦੀ ਹੈ, ਉਦੋਂ ਮੈਂ ਮਰ ਗਿਆ ਹੁੰਦਾ ਹਾਂ। ਕਿਉਂਕਿ ਇਨਸਾਨੀਅਤ ਮਰੇਗੀ ਤੇ ਬੰਦਾ ਦੂਜੇ ਨੂੰ ਨੀਵਾਂ ਵਿਖਾਏਗਾ ਨਾ, ਵੈਸੇ ਤਾਂ ਨਹੀਂ। ਤਾਂ ਰੱਬ ਅਕਾਲ ਮੂਰਤ, ਉਹਦੀ ਹਸਤੀ ਕਾਲ ਤੋਂ ਰਹਿਤ ਹੈ। ਗੁਰੂ ਦੀ ਕਿਰਪਾ ਨਾਲ ਸਾਨੂੰ ਪਤਾ ਲੱਗੇਗਾ ਅਸੀਂ ਵੀ ਕਾਲ ਤੋਂ ਰਹਿਤ ਹੋਵਾਂਗੇ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਾਂਗੇ। ਤੇ ਧਿਆਨ ਦਿਓ, ਜੇ ਸਾਰੀ ਦੁਨੀਆ ਦੇ ਲੋਕ ਇਸ ਤਰ੍ਹਾਂ ਹੋ ਜਾਣ ਤਾਂ ਇਹ ਦੇਸ਼, ਇਹ ਸੰਸਾਰ, ਇਹ ਸਮਾਜ ਕਿੰਨਾ ਸੁਹਾਵਣਾ ਹੋ ਜਾਏ। ਜਦੋਂ ਅਸੀਂ ਬੇਟੀ ਵਾਲਿਆਂ ਤੋਂ ਦਹੇਜ ਮੰਗ ਕੇ ਲੈਂਦੇ ਆ, ਉਦੋਂ ਅਸੀਂ ਮਰ ਜਾਂਦੇ ਹਾਂ। ਜਦੋਂ ਕੋਈ ਨੂੰਹ ਆਪਣੀ ਸੱਸ ਦਾ ਸਹੀ ਬਣਦਾ ਆਦਰ ਸਤਿਕਾਰ ਨਹੀਂ ਕਰਦੀ, ਨਿਰਾਦਰ ਕਰਦੀ ਹੈ, ਉਦੋਂ ਉਹ ਨੂੰਹ ਦੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ। ਤੇ ਜਦੋਂ ਕੋਈ ਸੱਸ ਆਪਣੀ ਨੂੰਹ ਦੇ ਨਾਲ ਦੁਰਵਿਵਹਾਰ ਕਰਦੀ ਹੈ, ਉਦੋਂ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ। ਇਹ ਸਾਰਿਆਂ ਰਿਸ਼ਤਿਆਂ ਦੇ ਉੱਤੇ ਚੀਜ਼ ਲਾਗੂ ਹੁੰਦੀ ਹੈ। ਇਸ ਲਈ
ਅਜੂਨੀ ਅਕਾਲ ਮੂਰਤ, ਅਸੀਂ ਕਾਲ ਤੋਂ ਰਹਿਤ ਹੋਣਾ ਹੈ। ਅਗਲਾ ਸ਼ਬਦ ਹੈ ਨਿਰਵੈਰ। ਤਾਂ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਸਮਝ ਆਏਗੀ ਰੱਬ ਨਿਰਵੈਰ ਹੈ। ਅਸੀਂ ਨਿਰਵੈਰ ਦੇ ਅੰਦਰ ਮਿਲਣਾ ਹੈ, ਅਸੀਂ ਵੀ ਨਿਰਵੈਰ ਹੋਣਾ ਹੈ। ਜੇ ਦੇਖੋ ਧਰਮਾਂ ਦੇ ਵਿੱਚ ਕਿੰਨੇ ਝਗੜੇ ਨੇ, ਇੱਕ ਧਰਮ ਦੂਜੇ ਧਰਮ ਦਾ ਵੈਰੀ ਹੈ। ਧਰਮ ਦੇ ਨਾਮ ਤੇ ਜਿੰਨੀ ਕਤਲਾਮ ਹੋਈ ਹੈ, ਜਿੰਨਾ ਅਤਿਆਚਾਰ ਹੋਇਆ ਹੈ, ਜਿੰਨੇ ਲੜਾਈ ਦੰਗੇ ਫਸਾਦ ਹੋਏ ਨੇ, ਉਹਨਾਂ ਤੇ ਕਿਤੇ ਵੀ ਨਹੀਂ ਹੋਇਆ। 84 ਵਿੱਚ ਵੇਖ ਲਓ ਦਿੱਲੀ, ਕਾਨਪੁਰ, ਹੋਰ ਕੀ ਹਾਲ ਹੋਇਆ ਸੀ। ਹੋਰ ਦੇਸ਼ਾਂ ਵਿੱਚ ਵੇਖ ਲਓ ਧਰਮ ਦੇ ਨਾਮ ਤੇ ਦੰਗੇ ਫਸਾਦ। ਇੱਕ ਹੀ ਧਰਮ ਦੇ ਲੋਕ ਆਪਣੇ ਹੀ ਧਰਮ ਦੇ ਲੋਕਾਂ ਦੇ ਵੈਰੀ ਔਰ ਖੂਨ ਦੇ ਪਿਆਸੇ ਬਣੇ ਪਏ ਨੇ। ਗੁਰਦੁਆਰਿਆਂ ਦੇ ਅੰਦਰ ਪੱਗਾਂ ਲੈ ਰਹੀਆਂ ਨੇ ਇੱਕ ਦੂਜੇ ਦੀਆਂ, ਤੇ ਅਸੀਂ ਕਹਿ ਰਹੇ ਹਾਂ ਨਿਰਵੈਰ ਹੈ ਰੱਬ। ਲਾਂਤਿਓ, ਜੇ ਨਿਰਵੈਰ ਹੈ ਰੱਬ ਤੇ ਤੁਸੀਂ ਵੀ ਨਿਰਵੈਰ ਹੋ। ਰੱਬ ਵੈਰ ਨਹੀਂ ਕਰਦਾ, ਤੁਸੀਂ ਕਿਉਂ ਠੇਕਾ ਲਿਆ ਹੈ ਦੂਜਿਆਂ ਨੂੰ ਮਾਰਨ ਦਾ? ਜੇ ਰੱਬ ਨੇ ਮਾਰਨਾ ਹੋਵੇ ਨਾ, ਤੇ ਕੀ ਉਹ ਕਿਸੇ ਧਰਮ ਨੂੰ ਖਤਮ ਨਹੀਂ ਕਰ ਸਕਦਾ? ਕਿਸੇ ਕਮਿਊਨਿਟੀ ਨੂੰ ਮਾਰ ਨਹੀਂ ਸਕਦਾ? ਉਹਨੇ ਕਮਿਊਨਿਟੀ ਪੈਦਾ ਹੀ ਕਿਉਂ ਕਰਨੀ ਸੀ? ਨਿਰਵੈਰ ਹੈ ਉਹ। ਸਾਰਿਆਂ ਨੂੰ ਆਕਸੀਜਨ ਮਿਲ ਰਹੀ ਹੈ, ਸਾਰਿਆਂ ਨੂੰ ਪਾਣੀ ਮਿਲ ਰਿਹਾ ਹੈ, ਧਰਤੀ ਸਾਂਝੀ, ਚੰਦਰਮਾ ਸਾਂਝਾ, ਸੂਰਜ ਸਾਂਝਾ, ਜੀਵਨ ਸਾਂਝਾ, ਸਭ ਕੁਛ ਤੇ ਨਿਰਵੈਰ ਤੋਂ ਰਹਿਤ ਤੇ ਧਰਤੀ ਕਿਸੇ ਨਾਲ ਵੈਰ ਨਹੀਂ ਕਰ ਰਹੀ। ਪਾਣੀ ਕਿਸੇ ਨਾਲ ਵੈਰ ਨਹੀਂ ਕਰ ਰਿਹਾ, ਚੰਦਰਮਾ ਦਾ ਕਿਸੇ ਨਾਲ ਵੈਰ ਨਹੀਂ, ਸੂਰਜ ਦਾ ਕਿਸੇ ਨਾਲ ਵੈਰ ਨਹੀਂ। ਅਸੀਂ ਕਹਿ ਰਹੇ ਹਾਂ ਨਿਰਵੈਰ, ਤੇ ਇੱਕ ਦੂਜੇ ਦੇ ਅਸੀਂ ਸਿਰ ਪਾੜ ਰਹੇ ਹਾਂ। ਅਸੀਂ ਆਪਣੇ ਹੀ ਘਰਾਂ ਨੂੰ ਕੁਰੂਕਸ਼ੇਤਰ ਦਾ ਮੈਦਾਨ ਬਣਾ ਲਿਆ। ਪਤੀ ਪਤਨੀ ਨੇ ਇੱਕ ਦੂਜੇ ਵੱਲ ਕਸੁੰਨ ਕੱਸੇ ਹੋਏ ਨੇ, ਭਰਾਵਾਂ ਨੇ ਕੱਸੇ ਹੋਏ ਨੇ, ਮਾਂ ਪਿਓ ਨੇ ਬੱਚਿਆਂ ਨਾਲ। ਤਾਂ ਨਿਰਵੈਰ ਹੈ। ਗੁਰੂ ਦੇ ਗਿਆਨ ਰਾਹੀਂ ਸਾਨੂੰ ਸਮਝ ਆਏਗੀ ਅਸੀਂ ਉਸ ਨਿਰਵੈਰ ਦੀ ਅੰਸ਼ ਹਾਂ, ਨਿਰਵੈਰ ਦਾ ਰੂਪ ਹਾਂ, ਨਿਰਵੈਰ ਹੋਣਾ ਹੈ। ਅਗਲਾ ਸ਼ਬਦ ਹੈ ਨਿਰਭਉ। ਰੱਬ ਨੂੰ ਭਉ ਨਹੀਂ ਹੈ, ਡਰ ਨਹੀਂ ਹੈ, ਕਿਉਂਕਿ ਉਹਦੇ ਵਰਗਾ ਕੋਈ ਹੋਰ ਹੈ ਨਹੀਂ। ਨਾ ਉਹ ਡਰਦਾ ਹੈ, ਨਾ ਡਰਾਉਂਦਾ ਹੈ। ਰਾਤ ਨੂੰ ਰੱਬ ਡਰਾਉਣ ਆਇਆ ਕਿਸੇ ਨੂੰ ਕਿ ਤੂੰ ਗੁਰਦੁਆਰੇ ਨਾ ਗਿਆ ਤੇ ਸਵੇਰੇ ਮੈਂ ਤੇਰੀਆਂ ਲੱਤਾਂ ਭੰਨ ਦੇਣੀਆਂ? ਰੱਬ ਨੇ ਕਦੇ ਕਿਸੇ ਨੂੰ ਕਿਹਾ? ਜਾਂ ਉਹਨੇ ਕਿਹਾ ਵੀ ਜੇ ਤੂੰ ਇੱਧਰ ਗਿਆ ਤੇ ਮੈਂ ਤੇਰੀਆਂ ਟੰਗਾਂ ਤੋੜਾਂਗਾ? ਨਾ, ਰੱਬ ਨੇ ਨਹੀਂ ਡਰਾਇਆ। ਤੇਰੀ ਮਰਜ਼ੀ, ਜੋ ਮਰਜ਼ੀ ਕਰ, ਰੱਬੀ ਕਾਨੂੰਨ ਵਿੱਚ ਤੈਨੂੰ ਚੰਗਾ ਮੰਦਾ ਫਲ ਆਪੇ ਹੀ ਮਿਲੀ ਜਾਣਾ ਹੈ। ਅਸੀਂ ਡਰਾ ਰਹੇ ਹਾਂ, ਲੰਘੀ ਸਾਡੇ ਗਲੀ ਦੇ ਵਿੱਚੋਂ, ਪਾਈ ਜਰਾ ਸਾਡੇ ਘਰ ਵੱਲ, ਪਾਈ ਮੇਰੇ ਪਲਾਟ ਦੇ ਵਿੱਚ ਪੈਰ, ਦੁਬਾਰਾ ਤੂੰ ਖੰਘੀ ਸਾਡੀ ਗਲੀ 'ਚ। ਅਸੀਂ ਕਰ ਰਹੇ ਹਾਂ ਨਾ। ਕਈ ਲੋਕ ਛਾਤੀ ਤੇ ਹੱਥ ਮਾਰਦੇ ਨੇ, ਮੈਂ ਨਹੀਂ ਡਰਦਾ ਕਿਸੇ ਦੇ ਪਿਓ ਤੋਂ। ਬਈ ਚੰਗੀ ਗੱਲ ਹੈ, ਨਹੀਂ ਡਰਨਾ ਚਾਹੀਦਾ। ਤੂੰ ਨਹੀਂ ਡਰਦਾ, ਇਹ ਤਾਂ ਬਹੁਤ ਚੰਗੀ ਗੱਲ ਹੈ, ਪਰ ਤੂੰ ਡਰਾਉਂਦਾ ਤੇ ਹੈ, ਲੋਕਾਂ ਨੂੰ ਡਰਾ ਰਿਹਾ। ਤਾਂ ਜਦੋਂ ਅਸੀਂ ਗੁਰੂ ਗਿਆਨ ਰਾਹੀਂ ਸਮਝਾਂਗੇ, ਅਸੀਂ ਵੀ ਨਿਰਭਉ ਹੋਵਾਂਗੇ। ਭੈ ਕਾਹੂ ਕੋ ਦੇਤ ਨਹਿ, ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਫਿਰ ਜੀਓ ਤੇ ਜੀਣ ਦੇ ਉਹਦਾ ਸਿਧਾਂਤ ਲਾਗੂ ਹੋਏਗਾ। ਦੁਨੀਆ 'ਚ ਜ਼ੁਲਮ ਖਤਮ ਹੋ ਜਾਏਗਾ, ਅਤਿਆਚਾਰ ਖਤਮ ਹੋ ਜਾਏਗਾ। ਅਗਲਾ ਸ਼ਬਦ ਹੈ ਪੁਰਖ, ਕਰਤਾ ਪੁਰਖ। ਰੱਬ ਸਮਾਇਆ ਹੋਇਆ ਹੈ ਹਰ ਇੱਕ ਦੇ ਅੰਦਰ। ਘਟ ਘਟ ਮੈਂ ਹਰਜੂ ਬਸੇ। ਦੇਖੋ ਮੈਂ ਵੀ ਕਹਿ ਰਿਹਾ, ਤੁਸੀਂ ਵੀ ਕਹਿੰਦੇ ਹੋ, ਸਭ ਮਹਿ ਜੋਤ ਜੋਤ ਹੈ ਸੋਏ। ਸਾਡੀ ਜ਼ਬਾਨ ਨਹੀਂ ਸੁੱਕਦੀ ਇਹ ਗੱਲ ਕਹਿੰਦੇ। ਸਾਰਿਆਂ ਦੀ ਜ਼ਬਾਨ ਤੇ ਹੈ ਰੱਬ ਸਭ ਵਿੱਚ ਵਸਦਾ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਸੱਚ ਦੱਸਿਓ, ਆਪਣੇ ਆਪ ਤੋਂ ਪੁੱਛੋ, ਮੈਂ ਵੀ ਪੁੱਛਾਂ, ਤੁਸੀਂ ਵੀ ਪੁੱਛੋ ਕਿ ਜੇ ਸਾਡੇ ਸਾਰਿਆਂ ਵਿੱਚ ਜੋਤ ਹੈ ਤਾਂ ਕੀ ਸਾਰਿਆਂ ਨਾਲ ਰੱਬ ਵਰਗਾ ਵਿਹਾਰ ਕਰਦੇ ਹੋ? ਪੁੱਛੋ ਆਪਣੇ, ਆਪਣੀ ਨੂੰਹ ਨਾਲ, ਆਪਣੀ ਸੱਸ ਨਾਲ, ਪਤੀ ਨਾਲ, ਪਤਨੀ ਨਾਲ, ਭਰਾਵਾਂ ਨਾਲ, ਚਾਚਿਆਂ ਤਾਇਆਂ, ਨਾਨਕਿਆਂ ਦਾਦਕਿਆਂ, ਸਹੁਰਿਆਂ ਨਾਲ, ਆਂਢੀਆਂ ਗੁਆਂਢੀਆਂ ਨਾਲ, ਸਮਾਜ ਨਾਲ ਇਹ ਵਿਹਾਰ ਕਰਦੇ ਹੋ? ਜਾਂ ਰੱਬ ਵਰਗੇ ਬਣ ਕੇ ਰਹਿੰਦੇ ਹੋ? ਨਹੀਂ। ਤੇ ਫਿਰ ਪੁਰਖ ਕਿੱਧਰ ਗਿਆ? ਪੁਰਖ ਦਾ ਮਤਲਬ ਤੇ ਰਮਿਆ ਹੋਇਆ ਹੈ, ਸਮਾਇਆ ਹੋਇਆ ਹੈ ਸਭ ਦੇ ਅੰਦਰ। ਤਾਂ ਜਦੋਂ ਗੁਰੂ ਗਿਆਨ ਰਾਹੀਂ ਸਾਨੂੰ ਸਮਝ ਆਏਗੀ, ਅਸੀਂ ਇਹਦੇ ਤੇ ਅਮਲ ਕਰਾਂਗੇ। ਕਰਤਾ ਰੱਬ ਕ੍ਰੀਏਟਰ ਹੈ, ਬਣਾ ਰਿਹਾ ਹੈ ਕੁਛ ਹਰ ਪਲ। ਰੱਬ ਇੱਕ ਪਲ ਵੀ ਵਿਹਲਾ ਨਹੀਂ, ਕੁਛ ਨਵਾਂ ਸਿਰਜ ਰਿਹਾ ਹੈ। ਦੁਨੀਆ ਦੇ ਅੰਦਰ ਹਰ ਸ਼ੈ ਨਵੀਂ ਸਿਰਜੀ ਜਾ ਰਹੀ ਹੈ। ਤੇ ਰੱਬ ਇਹ ਨਹੀਂ ਕਿ ਉੱਤੇ ਬੈਠਾ ਸਿਰਜ ਰਿਹਾ ਹੈ 7ਵੇਂ 8ਵੇਂ ਅਸਮਾਨ ਵਿੱਚ, ਤੇ ਸਵਰਗ ਵਿੱਚ, ਜੰਨਤ ਵਿੱਚ, ਉਥੋਂ ਬਣਾ ਬਣਾ ਕੇ ਥੱਲੇ ਸੁੱਟੀ ਜਾਂਦਾ ਨਾ। ਹਰ ਇੱਕ ਦੇ ਅੰਦਰ ਬੈਠਾ। ਸਾਡੇ ਅੰਦਰ ਲੱਖਾਂ ਸੈੱਲ ਹਰ ਰੋਜ਼ ਮਰਦੇ ਨੇ, ਲੱਖਾਂ ਸੈੱਲ ਨਵੇਂ ਪੈਦਾ ਹੁੰਦੇ ਨੇ। ਸਾਡੇ ਅੰਦਰ ਲੱਖਾਂ ਵਿਚਾਰ ਪੈਦਾ ਹੋ ਰਹੇ ਨੇ,
ਸਾਡਾ ਦਿਲ ਹਰ ਰੋਜ਼ ਧੜਕ ਰਿਹਾ ਹੈ, ਕਿਡਨੀ ਕੰਮ ਕਰ ਰਹੀ ਹੈ, ਫਿਫਰੇ ਕੰਮ ਕਰ ਰਹੇ ਨੇ, ਜਗਤ ਦੇ ਅੰਦਰ ਨਵੇਂ ਤੋਂ ਨਵੇਂ ਪੇੜ ਪੌਦੇ, ਵਨਸਪਤੀ, ਜੀਵ ਜੰਤ ਪੈਦਾ ਹੋ ਰਹੇ ਨੇ, ਨਵੇਂ ਤਾਰੇ ਬਣ ਰਹੇ ਨੇ, ਪੁਰਾਣੇ ਮਿਟ ਰਹੇ ਨੇ। ਨਵਾਂ ਇੱਕ ਬੰਦਾ ਦੂਜੇ ਬੰਦੇ ਵਰਗਾ ਨਹੀਂ, ਇੱਕ ਦੇ ਫਿੰਗਰਪ੍ਰਿੰਟ ਦੂਜੇ ਫਿੰਗਰਪ੍ਰਿੰਟ ਵਰਗੇ ਨਹੀਂ, ਸਾਡੇ ਸਰੀਰ ਦਾ ਇੱਕ ਰੋਮ ਵੀ ਦੂਜੇ ਰੋਮ ਵਰਗਾ ਨਹੀਂ, ਨਵੀਨਤਾ ਹੈ। ਸਾਹਿਬ ਮੇਰਾ ਨੀਤ ਨਵਾਂ ਤੇ ਰੱਬ ਕਰਤਾ ਹੈ ਤਾਂ ਸਾਨੂੰ ਸਮਝ ਆਏਗੀ ਕਿ ਅਸੀਂ ਵੀ ਕਿਰਤ ਕਰਨੀ ਹੈ। ਜੇ ਕਰਤੇ ਨਾਲ ਜੁੜਨਾ ਹੈ ਤੇ ਕਿਰਤ ਕਰਨੀ ਹੈ, ਕਿਉਂਕਿ ਉਹ ਆਪ ਕਿਰਤ ਕਰ ਰਿਹਾ ਨਾ, ਰਚਨਹਾਰ ਹੈ। ਅਸੀਂ ਵੀ ਰਚਨਹਾਰ ਦਾ ਰੂਪ ਹਾਂ, ਅਸੀਂ ਉਹਦੀ ਅੰਸ਼ ਹਾਂ। ਕਿਰਤ ਕਰਨੀ ਹੈ ਤੇ ਕਿਰਤ ਕਰਨੀ ਹੈ ਨਵੀਂ, ਕਿਰਤ ਕਰਨੀ ਹੈ ਸੱਚੀ, ਕਿਉਂਕਿ ਸੱਚ ਦੇ ਉੱਤੇ ਆਧਾਰਿਤ ਹੈ ਨਾ ਸਾਰਾ ਕੁਝ। ਸੱਚੀ ਕਿਰਤ ਕਰਨੀ ਹੈ। ਕਿਰਤ ਚੋਰ ਵੀ ਕਰਦੇ ਨੇ ਪਰ ਉਹ ਦੁਕ੍ਰਿਤ ਹੈ, ਅਸੀਂ ਸੁਕ੍ਰਿਤ ਕਰਨੀ ਹੈ। ਦਸਾਂ ਨਵਾਂ ਦੀ ਧਰਮ ਦੀ ਕਮਾਈ ਕਰਨੀ ਹੈ। ਤੇ ਇਹਦਾ ਮਤਲਬ ਇਹ ਨਹੀਂ ਕਿ ਕਿਰਤ ਸਿਰਫ ਹਲਵਾ ਨਹੀਂ ਹੈ। ਤੁਸੀਂ ਜੌਬ ਕਰੋ, ਦੁਕਾਨ ਕਰੋ, ਵਪਾਰ ਚਲਾਓ, ਖੇਤੀ ਕਰੋ, ਕੋਈ ਵੀ ਕੰਮ ਕਰੋ, ਕੋਈ ਕੰਪਿਊਟਰ ਦਾ ਕੰਮ ਕਰ ਰਹੇ ਹੋ, ਜਿਹੜਾ ਵੀ ਕੰਮ ਕਰਕੇ ਤੁਸੀਂ ਇਨਕਮ ਦਾ ਸੋਰਸ ਜੋ ਤੁਹਾਡਾ ਹੈ ਇਮਾਨਦਾਰੀ ਵਾਲਾ ਹੋਵੇ, ਕਿਸੇ ਨਾਲ ਧੋਖਾਧੜੀ ਨਾ ਹੋਵੇ, ਇਮਾਨਦਾਰੀ ਵਾਲਾ। ਜੇ ਕੋਈ ਦੁਕਾਨਦਾਰ ਹੈ ਤਾਂ ਇਮਾਨਦਾਰੀ ਦੇ ਨਾਲ ਕਰੇ, ਉਹਨੇ ਆਪਣਾ ਲਾਹਾ ਲੈਣਾ, ਉਹਨਾਂ ਜਿੰਨਾ ਲਾਹਾ ਬਣਦਾ ਉਹਨਾਂ ਲਵੇ। 2 ਨੰਬਰ ਦਾ ਧੰਦੇ ਨਾ ਕਰੇ, ਡੁਪਲੀਕੇਟ ਸਮਾਨ ਨਾ ਵੇਚੇ। ਤਾਂ ਕਿਰਤ ਕਰਨੀ ਹੈ। ਤੇ ਕਿਰਤ ਦਾ ਮਤਲਬ ਇਹ ਨਹੀਂ ਕਿ ਬੱਚੇ ਹੀ ਪਾਲ ਲੈਣੇ ਨੇ, ਨਵੀਂ ਕਿਰਤ ਕਰੋ, ਹਰ ਰੋਜ਼ ਕੁਛ ਨਵਾਂ ਕਰੋ। ਸਾਇੰਸ ਦੀਆਂ ਖੋਜਾਂ ਨਵੀਆਂ ਤੋਂ ਨਵੀਆਂ ਹੋ ਰਹੀਆਂ ਨੇ, ਕੁਛ ਨਵਾਂ ਕਰੋ। ਜਦੋਂ ਨਵੀਂ ਕਿਰਤ ਕਰਾਂਗੇ ਤਾਂ ਇਸ ਦੁਨੀਆ ਦੇ ਅੰਦਰ ਰੋਜ਼ਗਾਰ ਦੇ ਨਵੇਂ ਤੋਂ ਨਵੇਂ ਸਾਧਨ ਪੈਦਾ ਹੋਣਗੇ, ਨਵੀਆਂ ਤੋਂ ਨਵੀਆਂ ਖੋਜਾਂ ਹੋਣਗੀਆਂ। ਤੇ ਜ਼ਰੂਰੀ ਨਹੀਂ ਕਿ ਸਾਰੇ ਡਾਕਟਰ ਹੀ ਬਣ ਜਾਣਗੇ, ਵਿਗਿਆਨਕ ਬਣ ਜਾਣਗੇ, ਇੰਜੀਨੀਅਰ ਬਣ ਜਾਣਗੇ। ਤੁਸੀਂ ਘਰ ਦੇ ਵਿੱਚ ਵੀ ਨਵੀਂ ਕਿਰਤ ਕਰ ਸਕਦੇ ਹੋ। ਅੱਜ ਮੇਰਾ ਤੁਹਾਡਾ ਬੋਲਚਾਲ ਬਹੁਤ ਵਧੀਆ ਰਿਹਾ, ਕੱਲ ਨੂੰ ਮੈਂ ਆਪਣੀ ਸ਼ਬਦਾਵਲੀ ਨੂੰ ਹੋਰ ਸੁਧਾਰ ਸਕਣਾ, ਤੁਸੀਂ ਆਪਣੀ ਸ਼ਬਦਾਵਲੀ ਨੂੰ ਨਵੀਂ ਬਣਾ ਸਕਦੇ ਹੋ। ਅੱਜ ਘਰ ਵਿੱਚ ਬੱਚਿਆਂ ਨਾਲ, ਨੂੰਹ ਪੁੱਤਰ ਨਾਲ ਬੜੇ ਪਿਆਰ ਨਾਲ ਰਹੇ, ਕੱਲ ਨੂੰ ਇਸ ਪਿਆਰ ਨੂੰ ਹੋਰ ਵਧਾ ਸਕਦੇ ਹੋ। ਅੱਜ ਤੁਸੀਂ ਦਇਆ ਕੀਤੀ, ਕਿਸੇ ਦਾ ਸਹਿਯੋਗ ਕੀਤਾ, ਕੱਲ ਨੂੰ ਹੋਰ ਦਇਆ ਪੈਦਾ ਕਰ ਸਕਦੇ ਹੋ। ਅੱਜ ਘਰ ਦੀ ਤੁਸੀਂ ਸਫਾਈ ਰੱਖੀ, ਕੱਲ ਨੂੰ ਹੋਰ ਚੰਗੀ ਸਫਾਈ ਕਰ ਸਕਦੇ ਹੋ। ਅੱਜ ਸਬਜ਼ੀ ਭਾਜੀ ਬੜੇ ਸਵਾਦ ਬਣਾਈ, ਕੱਲ ਨੂੰ ਹੋਰ ਸਵਾਦ ਬਣਾ ਸਕਦੇ ਹੋ। ਮੀਨਸ ਕਿ ਆਪਣੇ ਗੁਣ ਨੂੰ ਹਰ ਰੋਜ਼ ਡਿਵੈਲਪ ਕਰੋ, ਵਿਕਾਸਸ਼ੀਲ ਬਣੇ ਰਹੋ, ਨਵੀਨਤਾ ਪੈਦਾ ਕਰੋ, ਨਵਾਂ ਪਿਆਰ, ਨਵਾਂ ਸੱਚ, ਨਵੀਂ ਦਇਆ, ਨਵੀਂ ਬੋਲ ਬਾਣੀ, ਨਵਾਂ 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 ਨਵੇਂ ਦੇ ਨਾਲ ਮਿਲੋ। ਸਤਨਾਮ। ਗੁਰੂ ਗਿਆਨ ਰਾਹੀਂ ਫਿਰ ਸਾਨੂੰ ਪਤਾ ਲੱਗੇਗਾ ਕਿ ਰੱਬ ਦਾ ਨਾਮ ਇੱਕ ਅਟਲ ਸੱਚਾਈ ਹੈ, ਉਹ ਹੋਂਦ ਵਾਲਾ ਹੈ, ਉਹਦਾ ਨਾਮ ਸੱਚ ਹੈ। ਤਾਂ ਫਿਰ ਅਸੀਂ ਸੱਚ ਦੇ ਨਾਲ ਜੁੜਨਾ ਹੈ। ਅਸੀਂ ਉਸ ਸੱਚ ਦੀ ਅੰਸ਼ ਹਾਂ, ਸੱਚ ਦੀ ਅੰਸ਼। ਇਸ ਲਈ ਅਸੀਂ ਸੱਚ ਬੋਲਣਾ ਹੈ, ਸੱਚ ਵੇਖਣਾ ਹੈ, ਸੱਚ ਸੁਣਨਾ ਹੈ, ਸੱਚ ਕਮਾਣਾ ਹੈ, ਸੱਚ ਦਾ ਸੰਗ੍ਰਹਿਣ ਕਰਨਾ ਹੈ। ਮਨ, ਬਚਨ ਔਰ ਕਰਮ ਕਰਕੇ ਅਸਾਂ ਸੱਚੇ ਹੋਣਾ ਹੈ। ਜਦੋਂ ਇਹ ਗੁਣ ਆ ਜਾਣਗੇ ਨਾ, ਫਿਰ ਅੱਗੇ ਹੈ ਇੱਕ ਓੰਕਾਰ, ਫਿਰ ਅਸੀਂ ਰੱਬ ਦੇ ਵਿੱਚ ਮਿਲ ਜਾਵਾਂਗੇ, ਫਿਰ ਅਸੀਂ ਉਸ ਇੱਕ ਦੇ ਅੰਦਰ ਸਮਾ ਜਾਵਾਂਗੇ। ਫਿਰ ਸਾਨੂੰ ਪਤਾ ਲੱਗ ਜਾਏਗਾ ਅਸੀਂ ਇੱਕ ਦੇ ਹਿੱਸੇ ਹਾਂ, ਉਸ ਇੱਕ ਦੇ ਅੰਦਰ ਸਮਾ ਕੇ ਉਹਦਾ ਰੂਪ ਹੋ ਜਾਵਾਂਗੇ। ਤੇ ਜਦੋਂ ਇੱਕ ਦੇ ਅੰਦਰ ਸਮਾਵਾਂਗੇ ਨਾ, ਉਦੋਂ ਫਿਰ ਇਹ ਦੁਨੀਆ ਬਦਲ ਜਾਏਗੀ, ਉਦੋਂ ਸਾਡਾ ਆਪਣਾ ਆਪਾ ਸਭ ਕੁਝ ਬਦਲ ਜਾਏਗਾ। ਕਿਵੇਂ? ਕਿ ਉਹ ਇੱਕ ਹੈ। ਤਾਂ ਜਿਹੜਾ ਉਸ ਇੱਕ ਦੇ ਅੰਦਰ ਸਮਾਏਗਾ, ਜਿਹਨੂੰ ਪਤਾ ਹੋਏਗਾ ਕਿ ਉਹ ਇੱਕ ਹੈ, ਤਾਂ ਉਹ ਸਭ ਤੋਂ ਪਹਿਲਾਂ ਆਪਣੇ ਆਪ ਦੇ ਨਾਲ ਇੱਕ ਹੋਏਗਾ, ਅੰਦਰੋਂ ਔਰ ਬਾਹਰੋਂ ਇੱਕ ਹੋਏਗਾ, ਮਨ ਵਚਨ ਕਰਮ ਕਰਕੇ ਇੱਕ ਹੋਏਗਾ। ਅਸੀਂ ਤੇ ਆਪਣੇ ਆਪ ਦੇ ਨਾਲ ਹੀ ਇੱਕ ਨਹੀਂ, ਦਿਲ ਸਾਡਾ ਕੁਝ ਹੋਰ ਕਰ ਰਿਹਾ ਹੈ, ਦਿਮਾਗ ਸਾਡਾ ਕੁਝ ਹੋਰ ਕਹਿ ਰਿਹਾ ਹੈ। ਜਿਨ੍ਹਾਂ ਦਾ ਦਿਲ ਔਰ ਦਿਮਾਗ ਇੱਕ ਨਹੀਂ, ਜਿਨ੍ਹਾਂ ਦੀਆਂ ਭਾਵਨਾਵਾਂ ਕੁਝ ਹੋਰ ਨੇ, ਦਿਮਾਗ ਕੁਝ ਹੋਰ ਕਹਿੰਦਾ, ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ, ਉਹਨਾਂ ਦੇ ਅੰਦਰ ਤਣਾਅ ਬਣਿਆ ਰਹਿੰਦਾ। ਅਸੀਂ ਤੇ ਆਪਣੇ ਆਪ ਨਾਲ ਇੱਕ ਨਹੀਂ, ਦਿਲ ਸਾਡਾ ਕੁਝ ਹੋਰ ਕਰਦਾ ਹੈ, ਚਾਹੁੰਦੇ ਕੁਝ ਹੋਰ ਆ, ਕਰ ਕੁਝ ਹੋਰ ਹੈ, ਬੋਲ ਕੁਝ ਹੋਰ ਰਹੇ ਆ, ਕਥਨੀ ਸਾਡੀ ਕੁਝ ਹੋਰ ਹੈ, ਕਰਨੀ ਕੁਝ ਹੋਰ ਹੈ। ਇੱਕ ਦੇ ਨਾਲ ਸਮਾਇਆ ਹੋਇਆ ਮਨ, ਬਚਨ, ਕਰਮ ਕਰਕੇ ਇੱਕ ਹੋ ਜਾਏਗਾ। ਇੱਕ ਦੇ ਨਾਲ ਮਿਲੇ ਹੋਏ ਦਾ ਵਿਹਾਰ ਸਭ ਦੇ ਨਾਲ ਇੱਕ ਜੈਸਾ ਹੋ ਜਾਏਗਾ। ਉਹਦੇ ਅੰਦਰੋਂ ਮੇਰ ਤੇਰ ਦੇ ਵਿਤਕਰੇ ਮਿਟ ਜਾਣਗੇ। ਤੇ ਫਿਰ ਯਾਦ ਰੱਖਣਾ, ਸਮਝ ਪੈ ਜਾਏਗੀ ਰੱਬ ਇੱਕ ਹੈ,
ਤਾਂ ਫਿਰ ਸਾਰੀਆਂ ਦੁਨੀਆ ਦੀਆਂ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਰੱਬ ਇੱਕ ਹੈ ਨਾ, ਉਹਨੂੰ ਵੰਡਿਆ ਨਹੀਂ ਜਾ ਸਕਦਾ। ਤੇ ਆ ਸਾਰਾ ਸੰਸਾਰ ਦਿਸਦਾ ਹੈ ਰੱਬ ਦਾ ਹੀ ਰੂਪ ਹੈ। ਇਹਨੂੰ ਦੇਸ਼ਾਂ ਦੇ ਨਾਮ ਦੇ ਉੱਤੇ ਵੰਡਣਾ ਇਹ ਰੱਬ ਦੇ ਤਨ ਦੇ ਉੱਤੇ ਆਰੀਆਂ ਚਲਾਉਣ ਦੇ ਬਰਾਬਰ ਨੇ। ਜਿਵੇਂ ਰੱਬ ਨੂੰ ਕੋਈ ਚੀਰ ਕੇ ਤੇ ਕਵੇ ਆ ਹਿੱਸਾ ਮੇਰਾ ਹੈ, ਲੱਤਾਂ ਮੇਰੀਆਂ ਬਾਹਾਂ ਤੇਰੀਆਂ, ਤੇ ਰੱਬ ਦੀਆਂ ਲੱਤਾਂ ਬਾਹਾਂ ਵੰਡ ਕੇ ਤੇ ਕੀ ਰੱਬ ਦੀ ਖੁਸ਼ੀ ਪਾ ਲਓ। ਰੱਬ ਇੱਕ ਹੈ, ਜਗਤ ਇੱਕ ਹੈ, ਉਹਦੇ ਸੰਸਾਰ ਨੂੰ ਵੰਡਿਆ ਨਹੀਂ ਜਾ ਸਕਦਾ। ਸਾਡੀਆਂ ਰਾਜਨੀਤਿਕ ਸਮੱਸਿਆਵਾਂ ਦਾ ਸੋਲੂਸ਼ਨ ਹੋ ਜਾਏਗਾ। ਫਿਰ ਇਹਨਾਂ ਦੇਸ਼ਾਂ ਨੂੰ ਖਤਮ ਕਰ ਦਿੱਤਾ ਜਾਏਗਾ, ਇਹਨਾਂ ਦੇਸ਼ਾਂ ਨੂੰ ਸਟੇਟਾਂ ਦਾ ਦਰਜਾ ਦੇ ਦਿੱਤਾ ਜਾਏਗਾ, ਸਾਰੇ ਵਿਸ਼ਵ ਦੀ ਰਾਜਧਾਨੀ ਇੱਕ ਹੋ ਜਾਏਗੀ, ਸੀਮਾਵਾਂ ਦੇ ਝਗੜੇ ਖਤਮ ਹੋ ਜਾਣਗੇ, ਪਾਸਪੋਰਟ ਸਿਸਟਮ ਖਤਮ ਹੋ ਜਾਏਗਾ। ਜੋ 60-70% ਧਨ ਮਾਰੂ ਹਥਿਆਰਾਂ ਤੇ ਮਿਜ਼ਾਈਲਾਂ, ਟੈਂਕਾਂ, ਤੋਪਾਂ ਤੇ ਲੱਗਦਾ ਹੈ, ਮਨੁੱਖਤਾ ਦੇ ਵਿਕਾਸ ਵਾਸਤੇ ਲੱਗੇਗਾ, ਵਿਨਾਸ਼ ਵਾਸਤੇ ਨਹੀਂ। ਇਹ ਸਮੱਸਿਆਵਾਂ ਹੱਲ ਹੋ ਜਾਣਗੀਆਂ। ਜਦੋਂ ਸਮਝ ਆਏਗੀ ਕਿ ਲਗਾਤਾਰ ਇੱਕ ਹੀ ਹੈ, ਤਾਂ ਫਿਰ ਅਲੱਗ-ਅਲੱਗ ਜਾਤਾਂ ਦੇ ਵਿਤਕਰੇ ਖਤਮ ਹੋ ਜਾਣਗੇ। ਕੋਈ ਬੰਦਾ ਨੀਵੀਂ ਔਰ ਉੱਚੀ ਜਾਤ ਦਾ ਨਹੀਂ ਰਹੇਗਾ। ਬ੍ਰਾਹਮਣ, ਖੱਤਰੀ, ਸ਼ੂਦਰ, ਵੈश्य, ਵਰਨ ਵਿਵਸਥਾ ਰੱਦ ਹੋ ਜਾਏਗੀ। एक पिता एकस के हम बारिक, तू मेरा गुरहाई, एक भाईचारक समाज पैदा हो जाएगा। आर्थिक प्रॉब्लम्स सॉल्व हो जाणगियां, अमीर ते वितकरे मिट जाणगे। तुहाडे हत्थ विच कलम दित्ती जाए कि तुहाडे दो बच्चे ने, इन्हां दी किस्मत लिख लो ते किहदी किस्मत माड़ी लिख लो। तुहाडे हत्थ विच कलम दित्ती जाए ਤੇ ਤੁਹਾਨੂੰ ਕਿਹਾ ਜਾਏ ਕਿ ਆ ਪ੍ਰੋਪਰਟੀ ਵੰਡ ਦਿਓ ਤੇ ਕਿਸ ਬੱਚੇ ਨੂੰ ਘੱਟ ਵੱਧ ਦਿਓਗੇ, ਬਰਾਬਰ ਦਿਓਗੇ ਨਾ, ਤਾਂ ਫਿਰ ਮੇਰ ਤੇਰ ਦੇ ਵਿਤਕਰੇ ਖਤਮ ਹੋਣਗੇ, ਨਵੇਂ ਸਾਧਨ ਪੈਦਾ ਹੋਣਗੇ, ਰੋਜ਼ਗਾਰ ਪੈਦਾ ਹੋਣਗੇ, ਹਰ ਇਨਸਾਨ ਦੀ ਰੋਟੀ, ਕੱਪੜੇ ਔਰ ਮਕਾਨ ਦੀ ਲੋੜ ਪੂਰੀ ਹੋਏਗੀ। ਜੋ ਟੈਕਸ ਲਿਆ ਜਾਂਦਾ ਹੈ ਉਹਦੀ ਸਹੀ ਵਰਤੋਂ ਹੋਏਗੀ, ਬੰਦਾ ਦੂਜੇ ਦਾ ਸਹਿਯੋਗ ਕਰੇਗਾ। ਧਾਰਮਿਕ ਵਿਵਾਦ ਮੁੱਕ ਜਾਣਗੇ। ਕਿੰਨੇ ਧਰਮ ਨੇ ਦੁਨੀਆ ਵਿੱਚ? 12, 14, 1500 ਦੇ ਕਰੀਬ ਧਰਮ ਦੱਸਦੇ ਨੇ, ਨਹੀਂ ਤੇ ਮੋਟੇ-ਮੋਟੇ ਤੇ ਕਿੰਨੇ ਸਾਰੇ ਧਰਮ ਹੈ ਨੇ। ਧਰਮ ਦੇ ਨਾਮ ਦੇ ਉੱਤੇ ਲੜਾਈਆਂ ਨੇ। ਜਦੋਂ ਰੱਬ ਇੱਕ ਹੈ ਤੇ ਉਹਦੇ ਇੰਨੇ ਧਰਮ ਕਿਵੇਂ ਹੋ ਗਏ? ਧਰਮ ਇੱਕ ਹੋ ਜਾਏਗਾ। ਤੇ ਉਹ ਇੱਕ ਧਰਮ ਕਿਹੜਾ ਹੈ? ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਜੁਗ ਜੁਗ ਪੂਰਾ ਹੋਈ। ਸਚਿਆਰ ਹੋਣਾ ਹੀ ਧਰਮ ਹੋ ਜਾਏਗਾ। ਕਿਵ ਸਚਿਆਰਾ ਹੋਈ ਹੈ? ਦੇਖੋ, ਸਚਿਆਰ ਹੋਣਾ ਨਾ, ਤੇ ਸਚਿਆਰ ਕੌਣ ਹੈ? ਰੱਬ। ਤੂੰ ਕਰਤਾ ਸਚਿਆਰ, ਰੱਬ ਵਰਗੇ ਬਣਨਾ ਹੈ। ਸਚਿਆਰ ਹੋਣਾ ਸਾਰਿਆਂ ਦਾ ਧਰਮ ਹੋ ਜਾਏਗਾ, ਮੇਰਾ ਵੀ ਤੁਹਾਡਾ ਵੀ। ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਫਿਰ ਧਰਮ ਦੀ ਪਰਿਭਾਸ਼ਾ ਇਹ ਹੋ ਜਾਏਗੀ ਕਿ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨ ਦਾ ਨਾਮ ਧਰਮ ਹੈ। ਫਿਰ ਕੀ ਹੋ ਜਾਏਗਾ? ਫਿਰ ਸਾਨੂੰ ਨਜ਼ਰ ਹੀ ਪੈ ਜਾਏਗਾ, ਇਹ ਜਗ ਸੱਚੇ ਕੀ ਹੈ ਕੋਠੜੀ, सच्चे का विश्वास। फिर बेगमपुरा शहर को नाम हो जाएगा। फिर ये संसार हर का बागरा हो जाएगा और ये संसार एक घर हो जाएगा। फिर जिथे मर्जी कोई निश्चिंत विचरेगा। फिर इस दुनिया के अंदर 2 नंबर के धंधे नहीं रहणगे। तां इस तरह गुरप्रसाद तो चल के इन्हां गुणां दे धारनी हो के ਅਸੀਂ ਇੱਕ ਦੇ ਅੰਦਰ ਸਮਾ ਸਕਦੇ ਹਾਂ, ਰੱਬ ਦੇ ਅੰਦਰ ਮਿਲ ਸਕਦੇ ਹਾਂ, ਰੱਬ ਦਾ ਰੂਪ ਹੋ ਸਕਦੇ ਹਾਂ। ਹੈ ਸਾਰਾ ਕੁਝ ਉਹਦਾ ਰੂਪ ਹੈ, ਪਰ ਸਮਝਣ ਦੀ ਲੋੜ ਹੈ, ਇਹਨਾਂ ਗੁਣਾਂ ਨੂੰ ਇੰਪਲੀਮੈਂਟ ਕਰਨ ਦੀ ਲੋੜ ਹੈ। ਔਰ ਇਹ ਹਵਾਈ ਗੱਲਾਂ ਨਹੀਂ ਹਨ, ਇਹ ਪੋਸੀਬਿਲਿਟੀ ਹੈ, ਇਹ ਸੰਭਾਵਨਾ ਹੈ, ਐਸਾ ਹੋ ਸਕਦਾ ਹੈ, ਅਸੀਂ ਕਰ ਸਕਦੇ ਹਾਂ। ਪਰ ਅਸੀਂ ਕਵਾਂਗੇ ਨਹੀਂ ਜੀ ਔਖਾ ਬੜਾ ਹੈ, ਕਿਉਂਕਿ ਸਾਡਾ ਅਖੀਰ ਇੱਥੇ ਆਉਣਾ, ਨਹੀਂ ਜੀ ਔਖਾ ਬਹੁਤ। ਤੇ ਮੈਂ ਪਿੱਛੇ ਬੇਨਤੀਆਂ ਕਰ ਚੁੱਕਾ, ਔਖਾ ਨਹੀਂ ਹੈ, ਇਹ ਸ਼ਬਦ ਵਰਤਣਾ ਛੱਡ ਦਿਓ, ਖਤਮ ਕਰੋ ਇਸ ਚੀਜ਼ ਨੂੰ। ਕਿਉਂ ਆਪਣੇ ਆਪ ਨੂੰ ਅਸੀਂ ਧੋਖਾ ਦੇ ਰਹੇ ਹਾਂ ਵੀ ਔਖਾ ਹੈ? ਔਖਾ ਕਿੱਥੇ ਯਾਰ? ਹੱਸਣਾ ਸੌਖਾ ਹੈ, ਪਿਆਰ ਨਾਲ ਰਹਿਣਾ ਕਿੰਨਾ ਸੌਖਾ ਹੈ, ਸੱਚ ਬੋਲਣਾ ਸੌਖਾ ਹੈ। ਝੂਠ ਬੋਲਣਾ ਔਖਾ ਹੈ, ਝੂਠ ਬੋਲਣ ਲਈ 100 ਝੂਠ ਬੋਲਣੇ ਪੈਂਦੇ ਨੇ। ਲੜਨ ਵਾਸਤੇ ਇੱਕ ਸੁੰਨ ਮੁੱਕੇ ਮਾਰੋ, ਪਿਊੜੀਆਂ ਪਾ ਕੇ ਸਾਰਾ ਦਿਨ ਬੈਠੇ ਰਹੋ, ਬਕ ਕਰਦੇ ਰਹੋ, ਕਿੰਨਾ ਔਖਾ ਹੈ। ਰਿਲੈਕਸ ਰਹੋ ਯਾਰ, ਸੱਚ ਬੋਲੋ, ਪਿਆਰ ਨਾਲ ਬੋਲੋ, ਕਿੰਨਾ ਸੌਖਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਔਖਾ ਹੈ, ਇਹਦਾ ਮਤਲਬ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਇਹ ਕੰਮ ਕਰਨਾ ਹੀ ਨਹੀਂ ਚਾਹੁੰਦੇ, ਅਸੀਂ ਸੁਖੀ ਰਹਿਣਾ ਹੀ ਨਹੀਂ ਚਾਹੁੰਦੇ, ਅਸੀਂ ਹੱਸਣਾ ਹੀ ਨਹੀਂ ਚਾਹੁੰਦੇ। ਨਹੀਂ ਤੇ ਹੱਸਣਾ ਤੇ ਸੌਖਾ ਹੈ। ਤਾਂ ਐਸਾ ਹੋ ਸਕਦਾ ਹੈ, ਦੁਨੀਆ ਵਿੱਚ ਕੁਝ ਵੀ